स्वागत प्रोग्राम खरियां खोटियां लैके ਅਸੀਂ ਤੁਹਾਡੇ ਦਿਲਾਂ ਦੀਆਂ ਬਰੂਹਾਂ ਤੇ ਦਸਤਕ ਦੇ ਦਿੱਤੀ ਹੈ ਜੀ। ਪੰਜਾਬ ਵਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖੈਰ ਮਕਦਮ ਸਵਾਗਤਮ ਜੀ ਨੂੰ ਵੈਲਕਮ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। मैं हाँ कुलदीप कौर। सत श्री अकाल जी। कुलदीप जी ਕੀ ਹਾਲ ਚਾਲ ਨੇ ਤੁਹਾਡੇ? बहुत वधिया जी, बहुत वधिया। ਦੇ ਲੋ ਟਾਈਮ ਜਿਹੜਾ ਦਿੱਤਾ ਸੀ ਉਸੇ ਟਾਈਮ ਤੇ ਤੁਸੀਂ ਫਟਕ ਦੜੀ ਪਹੁੰਚ ਗਏ। हाँ मैं बिल्कुल, मैं हमेशा समय की बहुत कदर करती हाँ ते मैं बहुत पंक्चुअल हाँ। ਅੱਛਾ, यही सिक्ख्या मैं जिंदगी च हजे तक। ਵਧੀਆ ਵਧੀਆ ਜੀ। ਜੇਕਰ ਸਿੱਖਣ ਵਾਲੀ ਕੋਈ ਗੱਲ ਹੈ ਤਾਂ ਆਹੀ ਕਿ ਅੱਜ ਦੀ ਇਸ ਦੌੜ ਭੱਜ ਵਾਲੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਕੰਮ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਦੀ ਭਾਵਨਾ ਜੇਕਰ ਰੱਖਦੇ ਹੋ ਤਾਂ ਤੁਸੀਂ ਹਰ ਵੇਲੇ ਹਰ ਘੜੀ ਹਰ ਲਮਹਾ ਜਿੱਥੇ ਵੀ ਤੁਹਾਨੂੰ ਬੁਲਾਇਆ ਜਾਂਦਾ ਜਾਂ ਸੱਦਿਆ ਜਾਂਦਾ ਤੁਸੀਂ ਆਪਣੇ ਕੰਮ ਤੇ ਬਿਲਕੁਲ ਸਮੇਂ ਮੁਤਾਬਕ ਐਨ ਟਿਚ ਪਹੁੰਚਦੇ ਹੋ ਜਿੱਦਾਂ ਕਿ ਅਸੀਂ ਪਹੁੰਚਦੇ ਹਾਂ। ਬਿਲਕੁਲ, ਪਰ ਮੇਰੇ ਨਾਲ ਬਹੁਤ ਵਾਰ ਇਦਾਂ ਵੀ ਹੁੰਦਾ ਕਿ ਮੈਨੂੰ ਨੁਕਸਾਨ ਹੁੰਦਾ ਇਹਦਾ। ਮੈਨੂੰ ਫਾਇਦਾ ਹੋਣ ਦੀ ਬਜਾਏ ਜ਼ਿਆਦਾਤਰ ਨੁਕਸਾਨ ਹੁੰਦਾ ਕਿਉਂਕਿ ਮੈਂ ਹਮੇਸ਼ਾ ਸਮੇਂ ਤੇ ਪਹੁੰਚਦੀ ਹਾਂ ਪਰ ਅਗਲੀ ਦੇਰ ਅਗਲਾ ਆਰਟਿਸਟ ਜਾਂ ਕੋਈ ਵੀ ਉਹ ਉੱਥੇ ਨਹੀਂ ਹੁੰਦਾ ਜਦੋਂ, ਤਾਂ ਮੈਨੂੰ ਬਹੁਤ ਟਾਈਮ ਵੇਸਟ ਜਿਹਾ ਲੱਗਦਾ ਹੈ ਕਿ ਮੇਰਾ ਟਾਈਮ ਵੇਸਟ ਹੋ ਗਿਆ, ਮੈਂ ਉੱਥੇ ਇੰਨੀ ਦੇਰ ਇੰਤਜ਼ਾਰ ਕੀਤਾ। ਵੈਸੇ ਅੱਜ ਤੱਕ ਕਿਹਦਾ ਇੰਤਜ਼ਾਰ ਕੀਤਾ? ਇੱਕ ਦਿਨ ਮੈਂ ਤੁਹਾਡਾ ਵੀ ਇੰਤਜ਼ਾਰ ਕੀਤਾ ਸੀ। ਚਲੋ ਫਿਰ ਤਾਂ ਬਣਦਾ ਹੀ ਆ। ਗੱਲ ਇਹ ਹੈ ਕਿ ਜ਼ਿੰਦਗੀ ਸੱਚੀ ਮੁੱਚੀ ਸਮਾਂ ਜਿਹੜਾ ਨਾ ਸਮਾਂ ਇੱਕ ਐਸਾ ਅਟਕ ਦਰਿਆ ਹੈ ਕਿ ਜਿਹਨੂੰ ਅਸੀਂ ਰੋਕ ਨਹੀਂ ਸਕਦੇ, ਜਿਹਨੂੰ ਅਸੀਂ ਫੜ ਨਹੀਂ ਸਕਦੇ। ਇਹ ਸਮਾਂ ਜਿਹੜਾ ਆ ਮੀਚੀ ਮੁੱਠੀ ਦੇ ਵਿੱਚੋਂ ਵੀ ਨਾ ਰੇਤ ਵਾਂਗੂ ਹੌਲੀ ਹੌਲੀ ਸਰਕਦਾ ਰਹਿੰਦਾ ਹੈ। ਆਮ ਤੌਰ ਤੇ ਆਪਾਂ ਨਾ ਅੱਜ ਦੇ ਸਮੇਂ ਦੇ ਵਿੱਚ ਜੇਕਰ ਕਿਸੇ ਨੂੰ ਪੁੱਛੀਏ ਕਿ ਯਾਰ ਤੂੰ ਸਾਨੂੰ ਮਿਲਦਾ ਹੀ ਨਹੀਂ, ਤੂੰ ਕਦੇ ਫੋਨ ਨਹੀਂ ਕੀਤਾ, ਕਦੇ ਆਇਆ ਨਹੀਂ ਗਿਆ ਨਹੀਂ ਹੈ, ਯਾਦ ਹੀ ਨਹੀਂ ਕਰਦਾ ਕਦੇ, ਤਾਂ ਹਰ ਇੱਕ ਦਾ ਇੱਕੋ ਇੱਕ ਘੜਿਆ ਜਵਾਬ ਹੁੰਦਾ ਯਾਰ ਟਾਈਮ ਹੀ ਨਹੀਂ ਮਿਲਦਾ, ਯਾਰ ਵਕਤ ਹੀ ਨਹੀਂ ਮਿਲਦਾ, ਸਮਾਂ ਹੀ ਹੈ ਨਹੀਂ ਮੇਰੇ ਕੋਲ। ਤੇ ਜੇਕਰ ਅਗਲੇ ਨੂੰ ਕੰਮ ਪੁੱਛ ਲਵੇ ਵੀ ਕੰਮ ਕੀ ਕਰਦਾ, ਫਿਰ ਕਹਿੰਦਾ ਮੈਂ ਵਿਹਲਾ ਹੀ ਹਾਂ। ਹਾਂਜੀ, ਔਰ ਜਿਹੜੀ ਵੇਲ ਹੈ ਨਾ ਉਹ ਵਿਹਲਾ ਹੁੰਦਾ ਹੈ ਸਾਰਾ ਦਿਨ, ਪਰ ਉਹ ਜਿਹੜਾ ਸਮਾਂ ਨਹੀਂ ਹੈ ਉਹ ਸਮਾਂ ਅਸੀਂ WhatsApp ਤੇ ਬਿਤਾ ਰਹੇ ਹਾਂ, ਉਹ ਅਸੀਂ ਆਪਣੀ Facebook ਤੇ ਬਿਤਾ ਰਹੇ ਹਾਂ, ਉਹ ਅਸੀਂ ਚੈਟ ਕਰਨ 'ਚ ਬਿਤਾ ਰਹੇ ਹਾਂ, ਔਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਅਸੀਂ ਲੋਕਾਂ ਦੇ ਕਮੈਂਟਸ ਪੜ੍ਹਨ ਵਿੱਚ ਬਿਤਾ ਰਹੇ ਹਾਂ। ਸੋ ਇਸ ਲਈ ਸਾਡੇ ਕੋਲ ਅੱਜ ਕੱਲ੍ਹ ਸਮਾਂ ਨਹੀਂ ਹੈ। ਬਿਲਕੁਲ ਜੀ, ਸਮਾਂ ਹੈ ਨਹੀਂ। ਔਰ ਸਮਾਂ ਆਪ ਅਸੀਂ ਕਹਿ ਰਹੇ ਕਿ ਸਮਾਂ ਹੈ ਨਹੀਂ। ਵੈਸੇ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸਣੀ ਚਾਹੁੰਦੇ ਹਾਂ ਕਿ ਜੇਕਰ ਕੋਈ ਬੰਦਾ ਇਸ ਯੁੱਗ ਦੇ ਵਿੱਚ ਚੱਲਦਿਆਂ ਹੋਇਆ, ਇਸ ਤਕਨੀਕੀ ਯੁੱਗ ਦੇ ਵਿੱਚ ਚੱਲਦਿਆਂ ਹੋਇਆ ਆਪਣੀ ਮਨ ਚਾਹੀ ਮੰਜ਼ਿਲ ਤੇ ਜੇਕਰ ਨਹੀਂ ਪਹੁੰਚ ਸਕਿਆ, ਜੇਕਰ ਉਹ ਕਿਤੇ ਰੱਬ ਨਾ ਕਰੇ ਅਸਫਲ ਹੋ ਗਿਆ, ਤਾਂ ਉਹ ਇਹ ਨਹੀਂ ਦੋਸ਼ ਦੇ ਸਕਦਾ ਕਿ ਮੇਰੇ ਕੋਲ ਸਮਾਂ ਹੈ ਨਹੀਂ ਸੀ। ਕਿਉਂਕਿ ਹਰ ਇੱਕ ਬੰਦੇ ਦੇ ਕੋਲ ਇੱਕ ਦਿਨ ਦੇ ਵਿੱਚ ਉਨੇ ਹੀ ਮਿੰਟ ਹੁੰਦੇ ਆ, ਉਨੇ ਹੀ ਸਕਿੰਟ ਹੁੰਦੇ ਆ, ਉਨੇ ਹੀ ਘੰਟੇ ਹੁੰਦੇ ਆ ਜਿੰਨੇ ਕਿ ਇੱਕ ਸਫਲ ਇਨਸਾਨ ਦੇ ਕੋਲ ਹੁੰਦੇ ਆ। ਜੇਕਰ ਆਪਾਂ ਗੱਲ ਕਰੀਏ ਵੱਡੇ ਜਿਹੜੇ ਕਿ ਉਦਯੋਗਪਤੀ ਹੈਗੇ ਆ, ਜਿਨ੍ਹਾਂ ਦੇ ਵਿੱਚ ਮੰਨ ਲਓ ਅੰਬਾਨੀ ਆ ਜਾਂ ਅਡਾਨੀ ਆ ਜਾਂ ਟਾਟਾ ਆ ਜਾਂ ਜਿੰਦਲ ਆ, ਕੋਈ ਵੀ ਆ ਜਾਂ ਮਿੱਤਲ ਆ, ਉਹਨਾਂ ਦੇ ਕੋਲ ਜਿਹੜੇ ਸਮੇਂ ਦੇ ਲਈ ਇੱਕ ਦਿਨ ਦੇ ਵਿੱਚ ਜਿੰਨੇ 24 ਘੰਟੇ ਉਹਨਾਂ ਨੂੰ ਮਿਲੇ ਆ, ਤੁਹਾਨੂੰ ਤੇ ਮੈਨੂੰ ਵੀ ਉਹਨੇ ਮਿਲੇ ਹੋਏ ਆ। ਬਿਲਕੁਲ ਬਿਲਕੁਲ। ਕਾਰਨ ਕਾਰਨ ਕੀ ਹੈ ਕਿ ਉਹ ਕਿੱਥੇ ਨੇ, ਅਸੀਂ ਕਿੱਥੇ ਆ, ਇਹ ਜਿਹੜਾ ਇੱਕ ਫਰਕ ਆ, ਉਸ ਫਰਕ ਨੂੰ ਸਾਨੂੰ ਮਹਿਸੂਸ ਕਰਨਾ ਪਏਗਾ। ਜੇਕਰ ਅਸੀਂ ਉਸ ਫਰਕ ਨੂੰ ਮਹਿਸੂਸ ਕਰ ਲਿਆ, ਆਪ ਸਮੇਂ ਦੇ ਪਾਬੰਦ ਹੋ ਗਏ, ਕਿਉਂਕਿ ਕੁਝ ਲੋਕ ਐਸੇ ਹੁੰਦੇ ਨੇ ਕਿ ਜਿਹੜਾ ਸਮਾਂ ਖਰਾਬ ਕਰਦੇ ਨੇ, ਕੁਝ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਲੋਕ ਦੂਸਰਿਆਂ ਦਾ ਸਮਾਂ ਖਰੀਦ ਲੈਂਦੇ ਨੇ, ਦੂਸਰੇ ਨੂੰ ਹਾਇਰ ਕਰ ਲੈਂਦੇ ਨੇ। ਇਹ ਵੱਡੇ ਜਿਹੜੇ ਉਦਯੋਗਪਤੀ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਇਹ ਕੋਈ ਆਪ ਥੋੜ੍ਹਾ ਕੰਮ ਕਰਦੇ ਵੀ ਜਾਂ ਜਾ ਕੇ ਲੋਹਾ ਕੁੱਟਦੇ ਫੈਕਟਰੀਆਂ ਦੇ ਵਿੱਚ, ਜਾਂ ਉੱਥੇ ਕੜੀਆਂ ਬਣਾਈ ਜਾਂਦੇ ਜਾਂ ਹੋਰ ਹੀ ਕੁਝ ਕੰਮ ਕਰੀ ਜਾਂਦੇ ਆ। ਉਹਨਾਂ ਨੇ ਬਿਹਤਰੀਨ ਕੁਸ਼ਲ ਤੇ ਆਪਣੇ ਸਮੇਂ ਦੇ ਪੱਕੇ ਲੋਕਾਂ ਦਾ ਸਮਾਂ ਖਰੀਦ ਲਿਆ। ਬਿਲਕੁਲ। ਔਰ ਉਹ ਸਮਾਂ ਜਿਹੜਾ ਹੁਣ ਸਮੇਂ ਜੇ ਅਸੀਂ 8 ਘੰਟੇ ਜੌਬ ਕਰ ਰਹੇ ਹਾਂ ਤੇ ਉਹਨਾਂ ਨੇ ਜੇਕਰ ਬੰਦੇ 1000 ਖਰੀਦੇ ਹੋਣਗੇ, 1000 ਬੰਦੇ ਉਹਨਾਂ ਦੀ ਕਿਸੇ ਫਰਮ ਦੇ ਵਿੱਚ ਕੰਮ ਕਰਦਾ ਹੋਊਗਾ, ਤਾਂ 1000 ਘੰਟਾ ਉਹਨਾਂ ਦਾ 1000 ਘੰਟਾ ਇੱਕ ਘੰਟੇ ਦੇ ਵਿੱਚ ਉਹਨਾਂ ਨੇ ਯੂਜ਼ ਕਰ ਲਿਆ। ਠੀਕ ਹੈ ਨਾ। ਤੇ ਜੇਕਰ ਪੂਰੀ ਦਿਹਾੜੀ ਦੇ ਵਿੱਚ ਗਿਣਿਆ ਜਾਵੇ ਤਾਂ ਕਿੰਨੇ ਹਜ਼ਾਰਾਂ ਘੰਟੇ, ਔਰ ਜਿਸ ਬੰਦੇ ਲਈ ਇੰਨੇ ਹਜ਼ਾਰਾਂ ਘੰਟੇ ਕੰਮ ਹੋਏਗਾ ਉਹ ਕਿਉਂ ਨਹੀਂ ਤਰੱਕੀ ਕਰੇਗਾ। ਪਰ ਅਫਸੋਸ ਕਿ ਅਸੀਂ ਆਪਣੇ ਕੋਲ ਜੇਕਰ ਸਾਡੇ ਕੋਲ 8 ਘੰਟੇ ਆ, ਅਸੀਂ ਆਪਣੇ 8 ਘੰਟੇ ਹੀ ਕਿ ਅੱਛੇ ਤਰੀਕੇ ਦੇ ਨਾਲ, ਸੁਚੱਜੇ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਅਸੀਂ ਫਾਇਦਾ ਲੈਂਦੇ ਹਾਂ, ਅਸੀਂ ਉਹਨੂੰ ਯੂਜ਼ ਦੇ ਵਿੱਚ ਲਿਆਉਂਦੇ ਹਾਂ। ਨਹੀਂ, ਜਿਵੇਂ ਤੁਸੀਂ ਦੱਸਿਆ ਅਸੀਂ ਤਾਂ ਫੋਨਾਂ ਦੇ ਉੱਪਰ ਲੱਗੇ ਰਹਿੰਦੇ ਹਾਂ, ਫੇਸਬੁੱਕ ਦੇ ਉੱਪਰ ਲੱਗੇ ਰਹਿੰਦੇ ਹਾਂ। ਮੇਰਾ ਖਿਆਲ ਨਹੀਂ ਕਿ ਜਿਹੜੇ ਵੱਡੇ ਉਦਯੋਗਪਤੀ ਨੇ ਜਾਂ ਇਹ ਵੱਡੇ ਲੋਕ ਨੇ ਕਦੇ ਨਹੀਂ ਇਸ ਤਰ੍ਹਾਂ ਲੱਗੇ ਹੋਣਗੇ। ਬਿਲਕੁਲ। ਔਰ ਇੱਕ ਗੱਲ ਹੋਰ ਵੀ ਹੈ, ਇਹ ਜਿਸ ਤਰ੍ਹਾਂ ਜੋਗੀ ਜੀ ਨੇ ਦੱਸਿਆ ਹੈ ਕਿ ਵੱਡੇ ਉਦਯੋਗਪਤੀ ਜਾਂ ਜਿੰਨੇ ਵੀ ਵੱਡੇ ਲੋਕ ਹੋਏ ਨੇ ਉਹਨਾਂ ਨੇ ਸਮੇਂ ਨੂੰ ਬਹੁਤ ਚੰਗੇ ਬਿਹਤਰ ਤਰੀਕੇ ਨਾਲ ਵਰਤਿਆ। ਔਰ ਇਸੇ ਤਰ੍ਹਾਂ ਹੀ ਜਿਹੜੀ ਕਿ ਸਾਇੰਸ ਹੈ, ਸਾਡੇ ਕੋਲ ਟੈਕਨੋਲੋਜੀ ਹੈ, ਜਿੰਨੀ ਵੀ, ਚਾਹੇ ਕਲਾ ਦੇ ਖੇਤਰ ਵਿੱਚ ਪ੍ਰਾਪਤੀਆਂ ਨੇ, ਚਾਹੇ ਸਾਡੇ ਖਿਡਾਰੀ ਨੇ, ਉਹ ਉਹੀ ਲੋਕ ਨੇ ਜਿਹੜੇ ਮਹਾਨ ਲੋਕ ਹੋਏ ਨੇ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਰਹਿ ਕੇ ਆਪਣੇ ਸਮੇਂ ਤੋਂ ਅੱਗੇ ਦਾ ਸੋਚਿਆ। ਮੈਂ ਹਮੇਸ਼ਾ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਮੇਂ ਦਾ ਸਦਉਪਯੋਗ ਹੈ ਨਾ, ਪਤਾ ਕੌਣ ਕਰਦਾ? ਜਿਸ ਬੰਦੇ ਦੀ ਫੋਨ ਦੀ ਬੈਟਰੀ ਕਦੇ ਡਾਊਨ ਨਹੀਂ ਹੁੰਦੀ। ਹਾਂ ਬਿਲਕੁਲ ਸਹੀ ਗੱਲ ਹੈ। ਜਦੋਂ ਵੀ ਦੇਖੋ ਫੋਨ ਚਾਰਜ ਤੇ ਹੋਣਾ ਚਾਹੀਦਾ।
ਗੱਲ ਇਹ ਹੈ ਕਿ ਔਰ ਇੱਕ ਬੰਦਾ ਐਸਾ ਵੀ ਹੁੰਦਾ ਦੁਨੀਆ ਦੇ ਵਿੱਚ ਕਿ ਜਿਹਦੀ ਬੈਟਰੀ ਕਦੇ ਵੀ ਡਾਊਨ ਵੀ ਨਹੀਂ ਹੁੰਦੀ। ਹੁਣ ਤੁਸੀਂ ਪੁੱਛੋ ਉਹ ਕੌਣ? ਬਈ ਉਹੀ ਬੰਦਾ ਜਿਹਦਾ ਅੱਗੇ ਪਿੱਛੇ ਸੱਜੇ ਖੱਬੇ ਉੱਪਰ ਥੱਲੇ ਕੋਈ ਹੈ ਹੀ ਨਹੀਂ। ਬਿਲਕੁਲ। ਜਿਹਨੇ ਕਿਸੇ ਨੂੰ ਫੋਨ ਹੀ ਨਹੀਂ ਕਰਨਾ, ਜਿਹਨੇ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਕਰਨੀ, ਜਿਹਨੇ ਕਿਸੇ ਨਾਲ ਕੋਈ ਚੈਟ ਹੀ ਨਹੀਂ ਕਰਨੀ। ਦੇਖੋ ਤੁਸੀਂ ਚਾਟਾਂ ਖਾਓ ਵਧੀਆ ਗੱਲ ਹੈ, ਪਰ ਚੈਟ ਜਦੋਂ ਤੁਸੀਂ ਕਰਦੇ ਆ ਉਹਦੇ ਵਿੱਚ ਤੁਸੀਂ ਸਮਾਂ ਜਿਹੜਾ ਬਰਬਾਦ ਕਰਦੇ ਆ। ਜੇਕਰ ਅਸੀਂ ਪਿਛਲ ਝਾਤ ਮਾਰੀਏ ਆਮ ਤੌਰ ਤੇ ਜਦੋਂ ਗੱਲਾਂ ਹੀ ਕਰਦੇ ਆ ਚੈਟ ਦੇ ਉੱਪਰ ਵੀ, ਤਾਂ ਆਮ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਜਦੋਂ ਕਿਸੇ ਦੇ ਕੋਈ ਨਵੀਂ ਵਿਆਹੀ ਕੁੜੀ ਪੇਕੀ ਰਹਿਣ ਆ ਜਾਂਦੀ ਸੀ ਨਾ, ਤਾਂ ਕਹਿੰਦੇ ਸੀ ਕਿ ਆਪਣੀ ਮਾਂ ਦੇ ਨਾਲ ਉਹ ਅੱਧੀ ਰਾਤ ਤੱਕ ਗੱਲਾਂ ਹੀ ਕਰਦੀਆਂ ਰਹਿਣੀਆਂ, ਠੀਕ ਹੈ ਨਾ, ਇੱਕ ਦੂਸਰੇ ਨਾਲ ਗੱਲਾਂ ਹੀ ਕਰਦੇ ਰਹਿਣਾ। ਤੇ ਅੱਜ ਆਉਂਦੇ ਆ ਘੰਟੇ 2 ਘੰਟੇ ਵਾਸਤੇ, ਉਸ ਤੋਂ ਬਾਅਦ ਫੋਨ ਤੇ ਗੱਲਾਂ ਜ਼ਰੂਰ ਹੁੰਦੀਆਂ ਨੇ ਚੁਗਲੀਆਂ ਵਰਗੀਆਂ ਕਿ ਮੇਰੀ ਸੱਸ ਨੇ ਅੱਜ ਆਹ ਕਹਿਤਾ, ਮੇਰੀ ਨਨਾਣ ਨੇ ਅੱਜ ਆਹ ਕਹਿਤਾ, ਉਹਨਾਂ ਨੇ ਆਹ ਬਣਾਇਆ ਸੀ, ਮੈਨੂੰ ਆਹ ਨਹੀਂ ਪਸੰਦ ਆਇਆ, ਮੈਂ ਆਹ ਬਣਾਇਆ ਤਾਂ ਉਹਨਾਂ ਨੂੰ ਆਹ ਨਹੀਂ ਪਸੰਦ ਆਇਆ, ਵਿੱਚ ਲੂਣ ਘੱਟ ਸੀ ਮਿੱਠਾ ਘੱਟ ਸੀ। ਇੱਦਾਂ ਦੀਆਂ ਗੱਲਾਂ ਦੇ ਵਿੱਚ ਅਸੀਂ ਸਮਾਂ ਜਿਹੜਾ ਜ਼ਾਇਆ ਕਰਦੇ ਹਾਂ। ਜਿਹੜੀਆਂ ਕੁੜੀਆਂ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਨੇ ਉਹਨਾਂ ਦੇ ਕੋਲ ਬਹੁਤ ਸਾਰਾ ਹੁਨਰ ਆ। ਜੇਕਰ ਉਹ ਇਹ ਫੋਨ ਨੂੰ ਛੱਡ ਕੇ ਉਸ ਹੁਨਰ ਦੇ ਬਲਾਂ ਸੁਚੇਤ ਹੋ ਜਾਣ ਤਾਂ ਮੈਂ ਤਾਂ ਕਹਿੰਦਾ ਵੀ ਸਹੁਰਿਆਂ ਨੂੰ ਤਾਂ ਅਗਲੀਆਂ ਬਹੁਤ ਅੱਛੇ ਤਰੀਕੇ ਦੇ ਨਾਲ ਕਹਿਣਗੇ ਵੀ ਸਹੁਰੇ ਵੀ ਲੈ ਵੀ ਸਾਡੀ ਕੁੜੀ ਬੜੀ ਨੌਂ ਬੜੀ ਵਧੀਆ ਆਈ ਆ ਔਰ ਕੰਮਕਾਰ ਹੀ ਚੱਕ ਲੈ ਆਉਂਦੀ ਨੇ। ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਨਾ ਕਿ ਬਹੁਤ ਸਾਰਾ ਹੁਨਰ ਤਾਂ ਆਉਂਦਾ ਹੀ ਫੋਨ ਤੋਂ ਹੈ। ਫੋਨ ਕਿੱਦਾਂ ਛੱਡ ਦੇਣ ਕੁੜੀਆਂ? ਨਹੀਂ, ਪਰ ਫੋਨ ਤੋਂ ਹੁਨਰ ਤੇ ਆਉਂਦਾ ਹੈ, ਮੈਂ ਮੰਨਦਾ। ਸਾਰੀ ਦਿਹਾੜੀ ਤੁਹਾਡੇ ਵਰਗੀਆਂ ਕੁੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦੀਆਂ ਰਹਿੰਦੀਆਂ ਸ਼ਾਹੀ ਕੋਫਤਾ ਕਿੱਦਾਂ ਬਣਾਉਣਾ, ਮਲਾਈ ਕੋਫਤਾ ਕਿੱਦਾਂ ਬਣਾਉਣਾ, ਸ਼ਾਹੀ ਪਨੀਰ ਕਿੱਦਾਂ ਬਣਾਉਣਾ, ਆਹ ਚੀਜ਼ ਕਿੱਦਾਂ ਬਣਾਉਣੀ, ਇੱਦਾਂ ਕਿੱਦਾਂ ਬਣਾਉਣੀ ਆ। ਸਾਰੀ ਦਿਹਾੜੀ ਸਮਾਂ ਤੁਸੀਂ ਉੱਤੇ ਬਰਬਾਦ ਕਰਦੀ ਹੋ ਔਰ ਸ਼ਾਮ ਨੂੰ ਜਦੋਂ ਦੇਖਿਆ ਘਰ ਦੇ ਵਿੱਚ ਧਰੀ ਮਸਰਾਂ ਦੀ ਦਾਲ ਹੀ ਹੁੰਦੀ ਹੈ। ਜਾਂ ਤਾਂ ਫਿਰ ਕੋਈ ਚੀਜ਼ ਬਣਾ ਕੇ ਖਿਲਾਈ ਵੀ ਜਾਵੇ, ਹਨਾ। ਗੱਲ ਹੀ ਹੈ, ਸਮਾਂ ਬਰਬਾਦ ਤਾਂ ਨਹੀਂ ਗਿਆ ਨਾ, ਚਾਹੇ ਤੁਹਾਨੂੰ ਦਾਲ ਹੀ ਮਿਲੀ, ਪਰ ਮਿਲੀ ਤਾਂ ਹੈ ਨਾ। ਨਹੀਂ, ਮਿਲੀ ਤਾਂ ਹੈ ਜ਼ਰੂਰ, ਪਰ ਗੱਲ ਇਹ ਹੈ ਕਿ ਜੇਕਰ ਅਸੀਂ ਜਿਸ ਚੀਜ਼ ਦੇ ਲਈ ਦੇਖੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਮਾੜੀਆਂ ਚੀਜ਼ਾਂ ਨਹੀਂ ਹੈਗੀਆਂ। ਫੋਨ ਮਾੜਾ ਨਹੀਂ ਹੈਗਾ। ਜਦੋਂ ਫੋਨ ਤੋਂ ਪਹਿਲਾਂ ਪੇਜਰ ਆਏ ਸੀ, ਤੁਹਾਨੂੰ ਪਤਾ ਪੇਜਰ ਲੋਕ ਮੈਸੇਜ ਕਰ ਦਿੰਦੇ ਹੁੰਦੇ ਸੀਗੇ ਕਿ ਤੂੰ ਕਿੱਥੇ ਆ, ਮੈਂ ਇੱਥੇ ਆ, ਮੈਂ ਆ ਜਾ। ਕਿਸੇ ਵੀ ਤਰੀਕੇ ਦੀ ਕੋਈ ਵੀ ਗੱਲਬਾਤ ਹੋਣੀ ਤਾਂ ਉਹ ਪੇਜਰ ਕਰ ਦੇਣਾ ਉਹਨਾਂ ਨੂੰ, ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਲੱਗਾ ਟੈਕਨੋਲੋਜੀ ਨੂੰ ਕਿ ਯਾਰ ਇਹਦੇ ਨਾਲ ਤਾਂ ਸਮਾਂ ਸਾਡਾ ਬੜਾ ਵਿਅਰਥ ਹੁੰਦਾ। ਸਮੇਂ ਨੂੰ ਕੰਟਰੋਲ ਕਰਨ ਦੇ ਲਈ ਟੈਕਨੋਲੋਜੀ ਨੇ ਤੁਹਾਡੇ ਲਈ ਮੋਬਾਈਲ ਫੋਨ ਲਿਆਂਦਾ। ਇੱਦਾਂ ਹੀ ਮੇਰਾ ਇੱਕ ਦੋਸਤ ਸੀ, ਇਸ ਵੇਲੇ ਉਹ ਕੈਨੇਡਾ ਦੇ ਵਿੱਚ ਵੱਸਦਾ ਹੈ, ਪਹਿਲਾਂ ਜਲੰਧਰ ਹੀ ਰਹਿੰਦਾ ਹੁੰਦਾ ਸੀਗਾ, ਤੇ ਉਹ ਜਲੰਧਰ ਤੋਂ ਉਹ ਜਾ ਰਿਹਾ ਖਾਲਸਾ ਕਾਲਜ ਦੇ ਮੋਹਰ ਤੇ, ਠੀਕ ਹੈ ਜੀ। ਉਹ ਮੈਂ ਦੂਸਰੀ ਸੜਕ ਤੇ, ਉਹ ਇਸ ਸੜਕ ਤੇ। ਜਦੋਂ ਉਹਦੀ ਗੱਡੀ ਨਿਕਲੀ ਤਾਂ ਮੈਂ ਦੇਖਿਆ, ਮੈਂ ਕਿਹਾ ਉਹ ਜਾ ਰਿਹਾ ਔਰ ਮੈਂ ਉਹਨੂੰ ਮਿਲਣ ਜਾ ਰਿਹਾ ਸੀਗਾ। ਲਓ ਜੀ, ਜਦੋਂ ਉਹਦੀ ਗੱਡੀ ਕ੍ਰਾਸ ਕੀਤੀ ਤਾਂ ਮੈਂ ਫਟਾਫਟ ਨਾ ਸਾਈਡ ਤੇ ਹੋ ਕੇ ਤਾਂ ਮੈਂ ਉਹਨੂੰ ਫੋਨ ਲਗਾ ਲਿਆ। ਮੈਂ ਕਿਹਾ ਹਾਂਜੀ ਜਨਾਬ ਕਿੱਥੇ? ਕਹਿੰਦੇ ਉਹ ਯਾਰ ਮੈਨੂੰ ਤੇ ਰਾਤੀ ਦਿੱਲੀ ਆਉਣਾ ਪੈ ਗਿਆ। ਮੈਂ ਕਿਹਾ ਅੱਛਾ, ਬੜੀ ਵਧੀਆ ਗੱਲ ਹੈ ਯਾਰ, ਦਿੱਲੀ ਵਾਲਿਆਂ ਨੇ ਵੀ ਬੜੀ ਤਰੱਕੀ ਕਰ ਲਈ ਆ। ਕਹਿੰਦੇ ਕੀ ਹੋਇਆ? ਮੈਂ ਕਿਹਾ ਯਾਰ ਦਿੱਲੀ ਵਾਲਿਆਂ ਨੇ ਸੇਮ ਟੂ ਸੇਮ ਜਲੰਧਰ ਵਰਗਾ ਖਾਲਸਾ ਕਾਲਜ ਇੱਕ ਦਿੱਲੀ ਵਿੱਚ ਵੀ ਬਣਾ ਲਿਆ। ਵਾਹ। ਕਹਿੰਦਾ ਕੀ ਮਤਲਬ? ਮੈਂ ਕਿਹਾ ਮੈਂ ਭਰਾ ਤੇਰੀ ਹੁਣੇ ਗੱਡੀ ਜਾਂਦੀ ਦੇਖੀ ਆ। ਠੀਕ ਹੈ ਨਾ, ਤੇ ਤੂੰ ਇੱਥੇ ਜਲੰਧਰ ਦੇ ਵਿੱਚ ਹੀ ਆ, ਝੂਠ ਨਾ ਬੋਲ। ਵਾਪਸ ਮੁੜਿਆ ਇੱਦਾਂ ਹੀ ਵਾਪਸ ਅਗਲੇ ਚੌਂਕ ਤੋਂ ਫਿਰ ਗੱਡੀ ਘੁਮਾ ਕੇ ਲਿਆ। ਦੇਖੋ ਚਿੱਥਾ ਤਾਂ ਬਹੁਤ ਹੋਇਆ, ਪਰ ਗੱਲ ਇਹ ਹੈ ਕਿ ਅਸੀਂ ਇਸ ਹਰ ਇੱਕ ਚੀਜ਼ ਨੂੰ ਅਸੀਂ ਗਲਤ ਤਰੀਕੇ ਨਾਲ ਵਰਤਣ ਲੱਗ ਪਏ ਹਾਂ। ਸਮਾਂ ਜਿਹੜਾ ਆ ਅੱਜ ਇਹ ਕਹਿੰਦਾ ਹੈ ਕਿ ਤੁਸੀਂ ਮੈਨੂੰ ਵਰਤੋ, ਤੁਸੀਂ ਮੈਨੂੰ ਵਰਤ ਕੇ ਮੇਰੇ ਵਿੱਚੋਂ ਬਹੁਤ ਕੁਝ ਲੈ ਸਕਦੇ ਹੋ। ਜਿਨ੍ਹਾਂ ਨੇ ਸਮੇਂ ਨੂੰ ਸਹੀ ਇਸਤੇਮਾਲ ਕੀਤਾ ਹੈ, ਠੀਕ ਹੈ, ਵੱਡੇ ਖੋਜੀ ਆ, ਵਿਗਿਆਨੀ ਆ, ਠੀਕ ਹੈ, ਵੱਡੇ ਜਿਵੇਂ ਤੁਸੀਂ ਦੱਸਿਆ ਕਿ ਪਲੇਅਰ ਆ, ਕੋਈ ਸਮਾਜ ਸੇਵੀ ਆ, ਉਹਨਾਂ ਨੇ ਜਿਨ੍ਹਾਂ ਨੇ ਅੱਛੇ ਤਰੀਕੇ ਦੇ ਨਾਲ ਸਮੇਂ ਨੂੰ ਵਰਤਿਆ ਉਹ ਲੋਕਾਂ ਦਾ ਦੁਨੀਆ ਦੇ ਵਿੱਚ ਨਾਮ ਹੋਇਆ। ਜਿਨ੍ਹਾਂ ਲੋਕਾਂ ਨੇ ਸਮੇਂ ਦੀ ਕਦਰ ਨਹੀਂ ਕੀਤੀ, ਸਮੇਂ ਨੇ ਉਹਨਾਂ ਨੂੰ ਬੇਕਦਰਾ ਕਰਕੇ ਛੱਡ ਦਿੱਤਾ। ਬਿਲਕੁਲ ਸੱਚ ਹੀ ਤਾਂ ਕਿਹਾ ਹੈ ਸਿਆਣਿਆਂ ਨੇ ਕਿ ਸਮੇਂ ਦੀ ਮਾਰ ਤੋਂ ਕੋਈ ਨਹੀਂ ਬਚ ਸਕਦਾ, ਸਮਾਂ ਬੜਾ ਬਲਵਾਨ ਹੈ। ਜਿਵੇਂ ਕਿ ਖਿਡਾਰੀ ਹੈ ਸਾਡੇ, ਖੋਜੀ ਹੈ, ਤੁਸੀਂ ਜ਼ਿਕਰ ਕੀਤਾ, ਤਾਂ ਉਹ ਐਵੇਂ ਨਹੀਂ ਬਣ ਗਏ। ਉਹਨਾਂ ਦੀ ਤਰੱਕੀ ਦਾ ਕੋਈ ਕ੍ਰਿਸ਼ਮਾ ਰਾਜ ਨਹੀਂ ਹੈ। ਉਹਨਾਂ ਨੇ ਆਪਣੇ ਆਪ ਨੂੰ ਸਮਾਂ ਦਿੱਤਾ ਹੈ, ਉਹਨਾਂ ਨੇ ਮਿਹਨਤਾਂ ਕੀਤੀਆਂ ਨੇ। ਬਿਲਕੁਲ ਜੀ, ਔਰ ਉਹ ਮਿਹਨਤਾਂ ਸਮੇਂ ਦੇ ਅੰਦਰ ਰਹਿ ਕੇ ਹੁੰਦੀਆਂ ਨੇ। ਔਰ ਜੇਕਰ ਅਸੀਂ ਸਮੇਂ ਦੀ ਗੱਲ ਕਰੀਏ, ਕਹਿੰਦੇ ਨੇ ਕਿ ਸਮਾਂ ਸਮਰੱਥ, ਉਹੀ ਅਰਜਨ ਦੇ ਤੀਰ ਤੇ ਉਹੀ ਅਰਜਨ ਦੇ ਹੱਥ। ਸਮਾਂ ਤੁਹਾਡੇ ਹੱਥ ਦੇ ਵਿੱਚ ਜਦੋਂ ਹੁੰਦਾ ਨਾ, ਜਦੋਂ ਤੁਹਾਨੂੰ ਮੌਕਾ ਮਿਲਦਾ, ਦੇਖੋ ਜਦੋਂ ਤੁਸੀਂ ਉਹ ਮੌਕਾ ਸਾਂਭਿਆ ਨਹੀਂ ਤਾਂ ਮੁੜ ਕੇ ਦੁਬਾਰਾ ਤੁਹਾਨੂੰ ਮੌਕਾ ਨਹੀਂ ਮਿਲਣਾ। ਬਿਲਕੁਲ। ਤੇ ਜੇਕਰ ਤੁਹਾਨੂੰ ਮੌਕਾ ਮਿਲਦਾ, ਹੁਣ ਸਮਾਂ ਮਿਲਿਆ ਤੁਹਾਡੇ ਕੋਲ, ਦੇਖੋ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਅਸੀਂ ਵਕਤ, ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਕੋਈ ਘੜੀਆਂ ਥੋੜ੍ਹਾ ਲਗਾਈਆਂ ਹੁੰਦੀਆਂ ਸੀਗੀਆਂ, ਠੀਕ ਹੈ ਨਾ। ਉਹ ਧੁੱਪਾਂ ਦੇ ਪਰਛਾਵੇਂ ਦੇਖ ਕੇ ਬਨੇਰਿਆਂ ਦੇ ਉਹ ਦੱਸ ਦਿੰਦੇ ਹੁੰਦੇ ਸੀ ਕਿ ਇੱਥੇ ਧੁੱਪ ਆ ਗਈ ਆ ਪੌੜੀਆਂ ਤੇ, ਹੁਣ 3 ਵੱਜ ਗਏ ਆ ਜੀ। ਆ ਹੁਣ ਪੌੜੀ ਤੋਂ ਅੱਗੇ ਧੁੱਪ ਨਲਕੇ ਵੱਲੋਂ ਹੋ ਗਈ ਆ ਜੀ, ਹੁਣ 3:30 ਹੋ ਗਏ ਆ। ਹੁਣ ਧੁੱਪ ਇੱਧਰ ਨੂੰ ਹੋ ਗਈ, ਹੁਣ ਇੰਨਾ ਟਾਈਮ ਹੋ ਗਿਆ। ਕਾਰਨ ਇਹ ਹੈ ਕਿ ਇਹ ਉਸ ਵੇਲੇ ਦੇ ਬਜ਼ੁਰਗਾਂ ਦੀਆਂ ਕੱਢੀਆਂ ਹੋਈਆਂ ਕਾਢਾਂ ਕਿ ਉਹਨਾਂ ਨੇ ਸਮੇਂ ਦੇ ਨਾਲ ਚੱਲਣਾ ਸੀ।
ਉਸ ਵੇਲੇ ਅਲਾਰਮ ਥੋੜ੍ਹਾ ਹੁੰਦੇ ਸੀ ਜਾਂ ਕੋਈ ਆਣ ਕੇ ਤੁਹਾਨੂੰ ਉਠਾਉਂਦਾ ਹੁੰਦਾ ਸੀ, ਠੀਕ ਹੈ ਨਾ। ਕਈ ਵਾਰ ਇਹ ਵੀ ਹੋ ਸਕਦਾ ਕਿ ਮੁਰਗੇ ਦੀ ਵੀ ਖਾਧੀ ਪੀਤੀ 'ਚ ਅੱਖ ਨਾ ਖੁੱਲੇ, ਫਿਰ ਤੁਹਾਨੂੰ ਕਿਵੇਂ ਢੋਣਾ ਹੈ। ਪਰ ਇੱਕ ਗੱਲ ਇਹ ਆ ਕਿ ਉਸ ਸਮੇਂ ਦੇ ਵਿੱਚ ਲੋਕ ਸੱਚਮੁੱਚ ਸਮੇਂ ਦੇ ਪਾਬੰਦ ਸੀ। ਭਾਵੇਂ ਉਹਨਾਂ ਦੇ ਗੁੱਟਾਂ ਤੇ ਵਧੀਆ ਤੇ ਮਹਿੰਗੀਆਂ ਘੜੀਆਂ ਨਹੀਂ ਸੀ ਲੱਗੀਆਂ ਹੁੰਦੀਆਂ, ਪਰ ਫਿਰ ਵੀ ਉਹ ਸਮੇਂ ਦੇ ਹਾਣੀ ਹੁੰਦੇ ਸੀ, ਸਮੇਂ ਦੇ ਨਾਲ ਚੱਲਦੇ ਸੀ, ਕਦੇ ਵੀ ਪਛੜਦੇ ਨਹੀਂ ਸੀਗੇ। ਭਾਵੇਂ ਉਹਨਾਂ ਕੋਲ ਜਾਣ ਦੇ ਲਈ ਮੋਟਰ ਕਾਰਾਂ, ਸਕੂਟਰ, ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਕਿਤੇ ਰਿਸ਼ਤੇਦਾਰੀ ਦੇ ਵਿੱਚ ਵੀ ਆਉਣਾ ਜਾਣਾ ਪੈ ਜਾਵੇ, ਵਿਆਹਾਂ ਦੇ ਵਿੱਚ ਜਾਂ ਮੇਲਿਆਂ ਮੁਸਾਬਿਆਂ ਤੇ, ਤਾਂ ਉਦੋਂ ਵੀ ਉਹ ਗੱਡੇ ਜੋੜ ਕੇ ਤੁਰ ਪੈਂਦੇ ਹੁੰਦੇ ਸੀਗੇ, ਪਰ ਪਹੁੰਚਦੇ ਸਮੇਂ ਤੇ ਸੀ। ਔਰ ਦੂਜੀ ਗੱਲ ਇਹ ਵੀ ਕਿ ਉਹ ਲੋਕ ਆਪਣੀ ਜ਼ਿੰਮੇਵਾਰੀਆਂ ਨਿਭਾ ਕੇ ਰਿਸ਼ਤੇਦਾਰੀਆਂ ਵਿੱਚ ਵੀ ਪਹੁੰਚਦੇ ਸੀ, ਘਰ ਵੀ ਉਹਨਾਂ ਸਮਾਂ ਦਿੰਦੇ ਸੀ, ਬੱਚਿਆਂ ਨਾਲ ਵੀ ਖੇਡਦੇ ਸੀ, ਆਪਣੇ ਕੰਮਕਾਰ ਵੀ ਕਰਦੇ ਸੀ, ਤੇ ਸਾਰਾ ਕੁਝ ਬਹੁਤ ਸਹਿਜ ਤਰੀਕੇ ਨਾਲ ਚੱਲਦਾ ਰਹਿੰਦਾ ਸੀ। ਸਾਡੇ ਕੋਲ ਘੜੀਆਂ ਨੇ, ਗੱਡੀਆਂ ਨੇ, ਸਾਰਾ ਕੁਝ ਹੈ, ਸੁੱਖ ਸਹੂਲਤਾਂ ਨੇ, ਅਸੀਂ ਮੋਬਾਈਲ ਤੇ ਫੋਨ ਕਰਕੇ ਪਹਿਲਾਂ ਟਾਈਮ ਲੈ ਕੇ ਪਹੁੰਚਦੇ ਆ ਨਾ, ਵੀ ਸਾਰਾ ਕੁਝ ਇੱਕ ਅਸੀਂ ਕਹਿੰਦੇ ਆ ਕਿ ਸਾਡੇ ਕੰਟਰੋਲ ਵਿੱਚ ਹੋ ਰਿਹਾ, ਪਰ ਉਹਦੇ ਬਾਵਜੂਦ ਵੀ ਸਾਡੇ ਕੋਲ ਸਮਾਂ ਨਹੀਂ ਹੈ। ਅਸੀਂ ਆਪਣਿਆਂ ਨਾਲ ਨਹੀਂ ਬੈਠਦੇ, ਆਪਣੀਆਂ ਗੱਲਾਂ ਨਹੀਂ ਕਿਸੇ ਨਾਲ ਸਾਂਝੀਆਂ ਕਰਦੇ। ਕਰ ਰਹੇ ਆ ਨਾ ਕਿ ਅਸੀਂ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਵਸ ਕੇ ਅਸੀਂ ਉਹਨਾਂ ਦੇ ਵਰਗਾ ਹੋਣਾ ਚਾਹਿਆ, ਠੀਕ ਹੈ ਨਾ। ਇਹ ਠੀਕ ਗੱਲ ਹੈ ਕਿ ਤੁਹਾਡੇ ਕੋਲ ਸੁੱਖ ਸਹੂਲਤਾਂ ਹੈਗੀਆਂ, ਚੰਗੀਆਂ ਗੱਲਾਂ ਕਿਸੇ ਦੀਆਂ ਸਿੱਖਣੀਆਂ ਵੀ ਚਾਹੀਦੀਆਂ। ਆਮ ਤੌਰ 'ਤੇ ਇੱਥੇ ਕਿਸੇ ਨੇ ਕਿਸੇ ਦੇ ਜਾਣਾ ਹੋਵੇ ਤਾਂ ਫੋਨ ਕਰਕੇ ਜਾਂਦਾ ਹੈ ਕਿ ਭਾਈ ਤੁਸੀਂ ਘਰੇ ਹੋ ਜਾਂ ਵੇਲ ਹੈਗੀ ਆ ਜਾਂ ਕਿੱਦਾਂ ਵੀ ਮੈਂ ਮਿਲਣਾ ਚਾਹੁੰਦਾ ਤੁਹਾਨੂੰ। ਔਰ ਉਹ ਸਮੇਂ ਦੂਸਰੇ ਦਾ ਵੀ, ਕਿ ਦੂਸਰੇ ਦਾ ਵੀ ਸਮਾਂ ਨਾ ਖਰਾਬ ਹੋਵੇ। ਜੇਕਰ ਅਗਲੇ ਕੋਲ ਥੋੜ੍ਹਾ ਜਿਹਾ ਸਮਾਂ ਹੈਗਾ ਤਾਂ ਅਸੀਂ ਵੀ ਜਾ ਕੇ ਉਹਨਾਂ ਦੇ ਨਾਲ ਆਪਣੇ ਦਿਲ ਦੀ ਕੋਈ ਦੁੱਖ ਸੁੱਖ ਦੀ ਕਰਕੇ ਆ ਜਾਈਏ। ਪਰ ਅਸੀਂ ਲੋਕਾਂ ਨੇ ਜਿਹੜੇ, ਅਸੀਂ ਆਪਣੇ ਪੰਜਾਬੀ ਲੋਕ ਹਾਂ ਜਾਂ ਭਾਰਤੀ ਲੋਕ ਹਾਂ, ਅਸੀਂ ਉਹਨਾਂ ਦੇ ਵੱਲ ਦੇਖ ਕੇ ਉਹ ਚੀਜ਼ਾਂ ਨੂੰ ਆਪਣੇ ਆਪ ਅਜਮਾਉਣਾ ਸ਼ੁਰੂ ਕਰ ਦਿੱਤਾ, ਹੰਡਾਉਣਾ ਸ਼ੁਰੂ ਕਰ ਦਿੱਤਾ। ਪਰ ਉਹ ਜਿੰਨੇ ਪੱਕੇ ਨੇ ਅਸੀਂ ਉਨੇ ਕੱਚੇ ਹਾਂ। ਅਸੀਂ ਦੰਭ ਦੇ ਵਿੱਚ ਫਸ ਜਾਂਦੇ ਹਾਂ, ਦਿਖਾਵੇ ਦੇ ਵਿੱਚ ਫਸ ਜਾਂਦੇ ਹਾਂ। ਉਹ ਲੋਕ ਆ ਦਿਖਾਵਾ ਨਹੀਂ ਕਰਦੇ। ਜੇ ਨਹੀਂ ਟਾਈਮ ਹੈਗਾ ਤਾਂ ਨਹੀਂ ਆ, ਤੇ ਜੇ ਸਾਡੇ ਵਰਗਿਆਂ ਦੇ ਕੋਲ ਟਾਈਮ ਹੈਗਾ ਵੀ ਆ ਤਾਂ ਵੀ ਅਸੀਂ ਫੋਨ ਤੇ ਕਹਿੰਦੇ ਕਿ ਨਹੀਂ ਜੀ ਸਾਡੇ ਕੋਲ ਤਾਂ ਟਾਈਮ ਹੈ ਨਹੀਂ, ਜਾਂ ਸਾਡੇ ਕੋਲ ਪਹਿਲਾਂ ਹੀ ਪ੍ਰਾਹੁਣੇ ਆਏ ਹੋਏ ਆ, ਤੇ ਜਾਂ ਫਿਰ ਅਸੀਂ ਆਪ ਕਿਸੇ ਦੇ ਪ੍ਰਾਹੁਣੇ ਬਣ ਕੇ ਜਾਣਾ। ਕਾਰਨ ਇਹ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਸਮਾਂ, ਜਿਹੜਾ ਸਮੇਂ ਦੇ ਨਾਲ ਨਾਲ ਚੱਲਣਾ, ਇਹ ਤਾਂ ਚਾਹੀਦਾ ਹੀ ਹੈ, ਪਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਸਾਨੂੰ ਝੂਠ ਤੋਂ ਵੀ ਬਚਣਾ ਚਾਹੀਦਾ ਹੈ। ਕਿਉਂਕਿ ਝੂਠ ਬੋਲ ਕੇ ਵੀ ਤੁਸੀਂ ਸਮਾਂ ਜਿਹੜਾ ਜ਼ਾਇਆ ਕਰ ਰਹੇ ਹੋ ਨਾ, ਇੱਕ ਆਪਣੇ ਆਪ ਦੀ ਸ਼ਖਸੀਅਤ ਨੂੰ ਵੀ ਥੋੜ੍ਹਾ ਜਿਹਾ ਬੌਣਾ ਕਰ ਰਹੇ ਹੋ। ਉਹ ਚੀਜ਼ ਜਿਹੜੀ ਆ ਉਸ ਤੋਂ ਵੀ ਬਚਣਾ ਚਾਹੀਦਾ। ਸਮੇਂ ਦੇ ਨਾਲ ਨਾਲ ਔਰ ਸੱਚ ਦੇ ਨਾਲ ਨਾਲ ਚੱਲਣ ਵਾਲੇ ਲੋਕ ਸੂਰਜ ਬਣ ਕੇ ਚਮਕਦੇ ਆ। ਬਿਲਕੁਲ ਜੀ, ਬਿਲਕੁਲ। ਮੈਨੂੰ ਇਹ ਵੀ ਲੱਗਦਾ ਹੈ ਕਿਤੇ ਨਾ ਕਿਤੇ ਕਿ ਜੇ ਮਨੁੱਖ ਦੇ ਕੋਲ ਸਭ ਤੋਂ ਕੀਮਤੀ ਕੋਈ ਚੀਜ਼ ਹੈ ਤਾਂ ਉਹ ਸਮਾਂ ਹੈ। ਉਸ ਸਮੇਂ ਨੂੰ ਤੁਸੀਂ ਆਪਣੇ ਲਈ ਤਾਂ ਸਹੀ ਤਰੀਕੇ ਨਾਲ ਵਰਤਣਾ ਹੀ ਵਰਤਣਾ ਹੈ, ਪਰ ਜੇ ਤੁਸੀਂ ਉਹ ਸਮਾਂ ਕਿਸੇ ਦੂਸਰੇ ਨੂੰ ਵੀ ਦਿੰਦੇ ਹੋ, ਚਾਹੇ ਉਹ ਤੁਹਾਡਾ ਕੋਈ ਦੋਸਤ ਹੈ, ਮਿੱਤਰ ਹੈ, ਫੈਮਿਲੀ ਹੈ, ਤਾਂ ਉਹਨਾਂ ਨੂੰ ਵੀ ਕਦਰ ਕਰਨੀ ਚਾਹੀਦੀ ਹੈ। ਤੁਹਾਡੀਆਂ ਭਾਵਨਾਵਾਂ ਦੀ ਸਤਿਕਾਰ ਕਰਨਾ ਚਾਹੀਦਾ ਹੈ ਕਿ ਇੱਕ ਬੰਦਾ ਜੇ ਆਪਣਾ ਸਮਾਂ ਸਾਨੂੰ ਦੇ ਰਿਹਾ ਹੈ ਤਾਂ ਐਵੇਂ ਵਿਹਲਾ ਨਹੀਂ ਬੈਠਾ। ਕਈ ਵਾਰ ਸਾਡੀ ਇਹ ਵੀ ਸੋਚ ਬਣ ਜਾਂਦੀ ਹੈ ਨਾ ਕਿ ਇਹ ਜੇ ਸਾਨੂੰ ਕੁਝ ਸਮਾਂ ਦੇ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਇਹ ਤਾਂ ਐਵੇਂ ਹੀ ਆ, ਅਸੀਂ ਬੇਕਦਰੇ ਜਿਹੇ ਹੋ ਜਾਂਦੇ ਹਾਂ। ਸੋ ਇਸ ਸੋਚ ਤੋਂ ਵੀ ਸਾਨੂੰ ਗੁਰੇਜ਼ ਕਰਨਾ। ਬਿਲਕੁਲ ਜੀ। ਔਰ ਤੁਸੀਂ ਗੱਲ ਕੀਤੀ ਕਿ ਹਰ ਇੱਕ ਬੰਦਾ ਜਿਹੜਾ ਸਮੇਂ ਕੰਮ ਦੇ ਵਿੱਚ ਫਸਿਆ ਹੁੰਦਾ। ਮੈਂ ਤਾਂ ਆਪ ਬਹੁਤ ਕੰਮ ਦੇ ਵਿੱਚ ਫਸਿਆ ਹੋਇਆ। ਮੈਂ ਤਾਂ ਘਰ ਜਾ ਕੇ ਟੂਟੀਆਂ ਦੇ ਸਪਿੰਡਲ ਵੀ ਬਦਲਨੇ ਆ, ਪੱਖਿਆਂ ਦੇ ਪਰ ਵੀ ਸਿੱਧੇ ਕਰ ਰਹੇ ਆ, ਔਰ ਮੈਂ ਹੋਰ ਜਾ ਕੇ ਬਹੁਤ ਸਾਰੇ ਕੰਮ ਕਰਨੇ ਆ। ਸਾਈਕਲ ਦੀ ਚੈਨ ਉਤਰੀ ਆ, ਉਹ ਵੀ ਜਿਹੜੀ ਆ ਸੈੱਟ ਕਰਨੀ ਆ, ਔਰ ਨਾਲ ਦੀ ਨਾਲ ਸਾਈਕਲ ਦੇ ਜਿਹੜੇ ਮੇਰੇ ਦੇ ਕੁੱਤੇ ਫੇਲ ਹੋਏ ਆ ਤੇ ਉਹਨਾਂ ਦੀ ਟਿਊਸ਼ਨ ਵੀ ਰਖਾਉਣੀ ਆ ਕਿ ਅਗਲੀ ਵਾਰ ਨੂੰ ਜਿਹੜੇ ਪਾਸ ਹੋ ਜਾਣ। ਬਹੁਤ ਸਾਰੀਆਂ ਗੱਲਾਂ ਹੋਰ ਵੀ ਕਰਨੀਆਂ, ਪਰ ਫਿਲਹਾਲ ਕਿਉਂ ਨਾ ਆਪਾਂ ਨਿੱਕੀ ਜਿਹੀ ਇੱਕ ਬ੍ਰੇਕ ਲੈ ਲਈਏ। ਇਸ ਬ੍ਰੇਕ ਤੋਂ ਬਾਅਦ ਅਸੀਂ ਪ੍ਰੋਗਰਾਮ ਖਰੀਆਂ ਖੋਟੀਆਂ ਦੇ ਵਿੱਚ ਮੁੜ ਵਾਪਸ ਪਰਤਦੇ ਹਾਂ। ਬਸ ਇਸੇ ਤਰ੍ਹਾਂ ਹੀ ਦਿਲ ਲਗਾ ਕੇ ਰੱਖਿਓ ਖਰੀਆਂ ਖੋਟੀਆਂ ਦੇ ਨਾਲ। ਤੁਹਾਡਾ ਆਪਣਾ ਖਾਦਿਮ ਜੁਐਲਰ, ਵਿਆਹ ਹੋਵੇ ਪੁੱਤ ਦਾ ਜਾਂ ਫਿਰ ਹੋਵੇ ਧੀ ਦਾ, ਆਪਣਿਆਂ ਦਾ ਪਿਆਰ ਤੇ ਵਿਸ਼ਵਾਸ। ਤੁਹਾਡਾ ਆਪਣਾ ਖਾਦਿਮ ਜੁਐਲਰ, ਪਿਆਰ ਹੋਵੇਗਾ ਤੁਹਾਡਾ ਤੇ ਵਿਸ਼ਵਾਸ ਹੋਵੇਗਾ ਸਾਡਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਹੀਰੇ ਵਰਗੀ ਚਮਕ, ਚਾਹੁੰਦੇ ਹੋ ਕੀਮਤੀ ਪਲਾਂ ਨੂੰ ਖੂਬਸੂਰਤ ਬਣਾਉਣਾ, ਤਾਂ ਫਿਰ ਜਲਦੀ ਪਹੁੰਚੋ ਖਾਦਿਮ ਜੁਐਲਰ, ਜਿੱਥੇ ਤੁਹਾਨੂੰ ਨਵੇਂ ਡਿਜ਼ਾਈਨਸ ਦੇ ਨਾਲ ਮਿਲਣਗੇ ਪਿਓਰ ਤੇ ਖੂਬਸੂਰਤ ਗਹਿਣੇ। ਸ਼ੁੱਧਤਾ ਤੇ ਭਰੋਸੇ ਦਾ ਨਾਂ ਹੈ ਸਿਰਫ ਤੇ ਸਿਰਫ ਖਾਦਿਮ ਜੁਐਲਰ। ਗੱਲ ਮੈਰਿਜ ਰਿੰਗ ਦੀ ਹੋਵੇ ਜਾਂ ਫਿਰ ਹੋਵੇ ਕੰਨਾਂ ਦੇ ਝੁਮਕਿਆਂ ਦੀ, ਜਾਂ ਫਿਰ ਹੋਵੇ ਗਲ ਦੇ ਰਾਣੀ ਹਾਰ ਦੀ, ਗੱਲ ਹੋਵੇ ਹੱਥਾਂ ਦੇ ਖੂਬਸੂਰਤ ਚੂੜੀਆਂ ਦੀ, ਤੁਹਾਡੀਆਂ ਖੁਸ਼ੀਆਂ ਦੇ ਵਿੱਚ ਘਰੇ ਸੋਨੇ ਵਾਂਗ ਚਮਕਦਾ ਏ। ਖਾਦਿਮ ਜੁਐਲਰ ਹਰ ਪ੍ਰਕਾਰ ਦੇ ਗਹਿਣਿਆਂ ਦੀ ਇੱਕ ਵੱਡੀ ਰੇਂਜ ਤੇ ਅਨਬਿਲੀਵੇਬਲ
ਅਫੋਰਡੇਬਲ ਪ੍ਰਾਈਸ। ਤਾਂ ਫਿਰ ਹੈ ਨਾ ਖੁਸ਼ਖਬਰੀ। ਰਿਸ਼ਤਿਆਂ ਦੀਆਂ ਤੰਦਾਂ ਨੂੰ ਸੁਨਹਿਰੀ ਅਤੇ ਪਿਆਰ ਭਰੀਆਂ ਗੰਢਾਂ ਦੇਣ ਦੇ ਲਈ ਖਾਦਿਮ ਜਿਊਲਰ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਰਿਸ਼ਤਿਆਂ ਦੀ ਬੁੱਕਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਮੇਸ਼ਾ ਤਿਆਰ ਤੁਹਾਡਾ ਆਪਣਾ ਖਾਦਿਮ ਜਿਊਲਰ। ਖਾਦਿਮ ਜਿਊਲਰ ਦੀ ਵੰਨ-ਸੁਵੰਨਤਾ ਤੁਹਾਡੀ ਰਿਸ਼ਤਿਆਂ ਨੂੰ ਪਿਆਰ ਭਰੇ ਰੰਗ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ। ਵੈਰਾਈਟੀ ਅਤੇ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ। ਹਮੇਸ਼ਾ ਆਪਣੇ ਪਿਆਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ। ਆਪਣੇ ਚਾਵਾਂ, ਉਮੰਗਾਂ ਤੇ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਪਹੁੰਚੋ ਆਪਣੇ ਸਭ ਤੋਂ ਪੁਰਾਣੇ ਤੇ ਸਭ ਤੋਂ ਪਪੂਲਰ ਜਿਊਲਰ, ਜਿਸ ਦਾ ਨਾਮ ਹੈ ਖਾਦਿਮ ਜਿਊਲਰ। ਤੁਹਾਡੇ ਆਪਣੇ ਸ਼ਹਿਰ ਸੈਕਰਾਮੈਂਟੋ 'ਚ 7386 Stockton Boulevard, Suite L, Sacramento 95823। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਖਰੀਆਂ ਖੋਟੀਆਂ। ਮੈਂ ਜੋਗੀ ਜੀ ਨੂੰ ਵਾਪਸ ਲੈ ਆਈ ਹਾਂ ਕਿ ਤੁਸੀਂ ਇਹ ਸਾਰੇ ਕੰਮ ਨਹੀਂ ਕਰਨੇ, ਇਹ ਕੰਮ ਕਿਸੇ ਹੋਰ ਲਈ ਵੀ ਛੱਡ ਦਿਓ, ਕਿਸੇ ਹੋਰ ਨੇ ਵੀ ਰੋਜੀ ਰੋਟੀ ਖਾਣੀ ਆ। ਸੋ ਆਓ ਕਰਦੇ ਹਾਂ ਉਹਨਾਂ ਨਾਲ ਗੱਲਾਂ। ਬਿਲਕੁਲ ਜੀ, ਇਹ ਗੱਲ ਅਸੀਂ ਇਹ ਵੀ ਆਮ ਤੌਰ ਤੇ ਕਰਦੇ ਹਾਂ ਕਿ ਘਰਾਂ ਦੇ ਵਿੱਚ ਅਸੀਂ ਨਾ ਆਪਣੇ ਕੰਮਾਂ ਕਾਰਾਂ ਨੂੰ ਅੱਜ ਅਜੋਕੇ ਸਮੇਂ ਦੇ ਵਿੱਚ ਅਸੀਂ ਇੱਕ ਫੈਸ਼ਨ ਬਣਾ ਲਿਆ, ਇੱਕ ਟ੍ਰੈਂਡ ਬਣਾ ਲਿਆ ਕਿ ਸਾਡੇ ਕੋਲ ਤਾਂ ਸਮਾਂ ਹੈ ਨਹੀਂ, ਬਿਲਕੁਲ ਅਸੀਂ ਇਹ ਕੰਮ ਕਰ ਨਹੀਂ ਸਕਦੇ, ਜਦ ਕਿ ਅਸੀਂ ਕਰ ਸਕਦੇ ਹੁੰਦੇ ਹਾਂ। ਠੀਕ ਹੈ ਨਾ। ਇੱਕ ਨਿੱਕੀ ਜਿਹੀ ਉਦਾਹਰਨ ਆ ਕਿ ਅਸੀਂ ਆਪਣੇ ਸ਼ੂ ਪਾਲਿਸ਼ ਆਪ ਨਹੀਂ ਕਰ ਸਕਦੇ, ਕਰ ਸਕਦੇ ਆ। ਪਹਿਲਾਂ ਵੀ ਕਰਦੇ ਸੀਗੇ। ਠੀਕ ਹੈ ਨਾ। ਦੇਖੋ ਅਬਰਾਹਮ ਲਿੰਕਨ ਇੱਕ ਵਾਰ ਆਪਣੀ ਜੁੱਤੀ ਪਾਲਿਸ਼ ਕਰ ਰਹੇ ਸੀਗੇ ਤਾਂ ਕਿਸੇ ਨੇ ਆਣ ਕੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣੀ ਜੁੱਤੀ ਆਪ ਪਾਲਿਸ਼ ਕਰਦੇ ਹੋ? ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਹੋਰ ਦੀ ਕਰਦੇ ਹੋ, ਤੁਸੀਂ ਵੀ ਤਾਂ ਕਰਦੇ ਹੋਵੋਗੇ। ਗੱਲ ਕੀ ਉਹਨਾਂ ਨੇ ਇੱਕ ਐਸਾ ਡਿਪਲੋਮੈਟਿਕ ਜਿਹਾ ਜਵਾਬ ਦਿੱਤਾ ਕਿ ਜਿਸ ਜਵਾਬ ਦੇ ਵਿੱਚ ਜ਼ਿੰਦਗੀ ਲੁਕੀ ਹੋਈ ਹੈ, ਜ਼ਿੰਦਗੀ ਦਾ ਫਲਸਫਾ ਲੁਕਿਆ ਹੋਇਆ ਹੈ। ਔਰ ਜੇਕਰ ਅਸੀਂ ਵੀ ਉਹਨਾਂ ਵੱਡਿਆਂ ਲੋਕਾਂ ਦੇ ਵੱਲ ਦੇਖ ਕੇ ਆਪਣੇ ਨਿੱਕੇ ਨਿੱਕੇ ਕੰਮ ਜਿਹੜੇ ਆ ਘਰਾਂ ਦੇ ਉਹ ਆਪ ਕਰਨ ਲੱਗ ਪਈਏ ਤਾਂ ਬਹੁਤ ਜ਼ਿਆਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਮਿਲ ਸਕਦਾ ਹੈ। ਕਿਉਂਕਿ ਅਸੀਂ ਲੋਕਾਂ ਨੇ ਸਾਰੇ ਦੇ ਸਾਰੇ ਕੰਮ ਜਿਹੜੇ ਆ ਉਹ ਦੂਸਰਿਆਂ ਤੇ ਛੱਡ ਦਿੱਤੇ ਆ, ਸਿਰਫ ਇਸ ਕਰਕੇ ਕਿ ਸਾਡੇ ਕੋਲ ਸਮਾਂ ਹੈ ਨਹੀਂ, ਜਦੋਂ ਤਾਂ ਟਾਈਮ ਹੀ ਨਹੀਂ ਲੱਗਣਾ। ਸਾਡਾ ਕਿੱਥੇ ਟਾਈਮ ਲੱਗਣਾ ਉਦੋਂ ਇਸ ਕੰਮ ਦੇ ਵਿੱਚ। ਦੇਖੋ ਹੁਣ ਵਿਆਹ ਸ਼ਾਦੀਆਂ ਹੁੰਦੇ, ਇੱਧਰ ਵੀ ਤਾਂ ਹੁੰਦੇ ਆ, ਸਾਰੇ ਆਪ ਹੀ ਹਲਵਾਈ ਬਣ ਜਾਂਦੇ ਆ, ਆਪ ਹੀ ਦਾਲਾਂ ਸਬਜ਼ੀਆਂ ਬਣਾਉਂਦੇ ਆ, ਆਪ ਹੀ ਸਾਰਾ ਕੁਝ ਕਰਦੇ ਆ। ਠੀਕ ਹੈ। ਜਦੋਂ ਰਿਸੈਪਸ਼ਨ ਹੁੰਦੀ ਹੈ ਉਦੋਂ ਕੇਟਰਿੰਗ ਵਗੈਰਾ ਹੋ ਜਾਂਦੀ ਹੈ। ਬਟ ਜਦੋਂ ਤੁਸੀਂ ਆਪ ਘਰਾਂ ਦੇ ਵਿੱਚ ਛੋਟੇ ਛੋਟੇ ਫੰਕਸ਼ਨ ਕਰਦੇ ਹੋ, ਜਾਂ ਪੰਜਾਬ ਦੇ ਵਿੱਚ ਹੋਵੇ ਜਾਂ ਕਿਤੇ ਵੀ ਹੋਵੇ, ਤਾਂ ਉਦੋਂ ਤੁਸੀਂ ਆਪ ਕਿਉਂ ਨਹੀਂ ਕਰਦੇ? ਠੀਕ ਹੈ ਨਾ। ਇੱਕ ਤੇ ਉਹਦੇ ਨਾਲ ਕੀ ਆ ਕਿ ਤੁਹਾਡਾ ਇੱਕ ਤਾਂ ਸਮਾਂ ਜਿਹੜਾ ਤੁਸੀਂ ਪਹਿਲਾਂ ਹਲਵਾਈ ਨੂੰ ਉਡੀਕਦੇ ਆ, ਫਿਰ ਆਹ ਕਰਦੇ ਹੋ ਉਹ ਕਰਦੇ, ਤੁਸੀਂ ਜ਼ਿਆਦਾ ਬਿਜ਼ੀ ਹੋ ਜਾਂਦੇ ਹੋ ਆਪਣੇ ਕਿਸੇ ਵੀ ਹਲਵਾਈ ਨੂੰ ਸੱਦ ਕੇ। ਸੋ ਇਹਦੇ ਨਾਲੋਂ ਚੰਗਾ ਕਿ ਤੁਸੀਂ ਆਪ ਹੀ ਆਪਣੇ ਸਮੇਂ ਨੂੰ ਉਹਨੂੰ ਯੂਜ਼ ਕਰੋ। ਮੰਨ ਲਓ ਤੁਸੀਂ ਹਲਵਾਈ ਲਾਤਾ, ਫਿਰ ਤੁਸੀਂ ਆਪ ਕੀ ਕਰਨਾ? ਬਿਲਕੁਲ। ਤੁਹਾਡੀ ਇਹ ਗੱਲ ਚੋਂ ਗੱਲ ਮੈਨੂੰ ਯਾਦ ਆਈ ਹੈ ਕਿ ਮੇਰੇ ਦਾਦੀ ਜੀ ਹਮੇਸ਼ਾ ਉਹ ਇਸ ਵੇਲੇ ਘਰ ਜਦੋਂ ਬੈਠੇ ਹੁੰਦੇ ਆ ਤਾਂ ਹੁਣ ਇੱਕ ਤਾਂ ਮੇਰੀ ਮੰਮੀ ਹੋ ਗਏ ਘਰ, ਹਨਾ, ਉਹਨਾਂ ਦੀ ਨੂੰਹ, ਗਾਂ ਅੱਗੇ ਮੰਮੀ ਦੀ ਵੀ ਨੂੰਹ, ਠੀਕ ਹੈ ਕਿ ਨਹੀਂ, ਦੂਜੀ ਪੀੜ੍ਹੀ ਆ ਗਈ। ਸੋ ਉਹ ਹਮੇਸ਼ਾ ਇਹੀ ਸ਼ਿਕਾਇਤ ਕਰਦੇ ਆ ਵੀ ਸਾਰਾ ਦਿਨ ਘਰੇ ਬੈਠੀਆਂ ਰਹਿੰਦੀਆਂ ਤੁਸੀਂ, ਹਨਾ। ਖਾਸ ਕਰਕੇ ਮੇਰੀ ਭਾਬੀ ਨੂੰ ਲੈ ਕੇ ਉਹਨਾਂ ਦਾ ਹਮੇਸ਼ਾ ਇਹੀ ਵਿਅੰਗ ਹੁੰਦਾ। ਉਹ ਆਪਣੇ ਟਾਈਮ ਦੀਆਂ ਗੱਲਾਂ ਕਰਦੇ, ਅਸੀਂ ਤਾਂ ਖੂਹਾਂ ਤੇ ਜਾਂਦੇ ਸੀ, ਅਸੀਂ ਆਹ ਕਰਦੇ ਸੀ, ਅਸੀਂ ਇੰਨੇ ਪਸ਼ੂ ਸਾਂਭਦੇ ਸੀ, ਫਿਰ ਘਰ ਵਿੱਚ ਆ ਕੇ ਅਸੀਂ 4-4 5-5 ਬੱਚੇ ਸਾਂਭਦੇ ਸੀ, ਤੁਹਾਡੇ ਕੋਲ ਇੱਕ ਬੱਚਾ ਨਹੀਂ ਸਾਂਭਿਆ ਜਾਂਦਾ। ਬਿਲਕੁਲ ਜੀ। ਔਰ ਜੇਕਰ ਘਰਾਂ ਦੀ ਗੱਲ ਕੀਤੀ ਜਾਵੇ, ਦੇਖੋ ਜਿਵੇਂ ਤੁਸੀਂ ਦੱਸਿਆ ਕਿ ਇੱਕ ਬਜ਼ੁਰਗ ਦਾਦੀ ਆ, ਇੱਕ ਮਾਂ ਆ, ਔਰ ਉਸ ਤੋਂ ਬਾਅਦ ਉਹਦੀ ਨੂੰਹ ਆ, ਇਹ 3 ਪੀੜ੍ਹੀਆਂ। ਇਹਨਾਂ ਦੇ ਵਿੱਚ ਸਮੇਂ ਦਾ ਫਰਕ ਤਾਂ ਹੈ, ਕਿਉਂਕਿ ਦਾਦੀ ਨੇ ਸਮਾਂ ਕੁਝ ਹੋਰ ਦੇਖਿਆ ਹੋਣਾ, ਮਾਂ ਨੇ ਸਮਾਂ ਕੁਝ ਹੋਰ ਦੇਖਿਆ ਹੋਣਾ, ਉਹਦੀ ਨੂੰਹ ਨੇ ਸਮਾਂ ਜਿਹੜਾ ਹੈ ਉਹ ਕੁਝ ਹੋਰ ਦੇਖਿਆ। ਪਰ ਗੱਲ ਇਹ ਹੈ ਕਿ ਤਾਲਮੇਲ ਜਿਹੜਾ ਹੈ ਉਹ ਤਾਲਮੇਲ ਬਿਠਾਉਣਾ। ਦੇਖੋ ਜ਼ਰੂਰੀ ਨਹੀਂ ਕਿ ਤੁਸੀਂ 2-2 ਫੋਨ ਰੱਖੇ ਹੋਏ ਆ, ਠੀਕ ਹੈ ਨਾ, ਉਹਦੇ ਵਿੱਚ 4 ਸਿਮਾਂ ਪਈਆਂ, ਕਿਉਂਕਿ ਅੱਜ ਕੱਲ੍ਹ ਸਾਰੇ ਡਬਲ ਸਿਮ ਵਾਲੇ ਲੈ ਲੈਂਦੇ ਆ ਫੋਨ, ਹੈ ਨਾ। ਜੇ ਤੁਸੀਂ ਅਜਿਹਾ ਕੰਮ ਕਰਦੇ ਹੋ ਕਿ ਤੁਸੀਂ ਸਿਰਫ ਫੋਨ ਤੇ ਮੰਨ ਲਓ 1-1 ਘੰਟਾ, 2-2 ਘੰਟੇ, 1.5 ਘੰਟਾ ਪੂਰੇ ਦਿਨ ਦੇ ਵਿੱਚ, ਜ਼ਿਆਦਾ ਵੀ ਹੋ ਸਕਦਾ, ਕਈ ਲੋਕ ਜ਼ਿਆਦਾ ਵੀ ਵਰਤਦੇ ਆ। ਜੇਕਰ ਤੁਸੀਂ ਉਹੀ ਸਮਾਂ ਅੱਧਾ ਘੰਟਾ ਕਿਤੇ ਆਪਣੀ ਦਾਦੀ ਨੂੰ ਦੇ ਦਿਓ ਜਾਂ ਅੱਧਾ ਘੰਟਾ ਆਪਣੀ ਸੱਸ ਨੂੰ ਦੇ ਦਿਓ, ਸੱਸ ਵੀ ਖੁਸ਼ ਆ। ਠੀਕ ਹੈ ਨਾ। ਗੱਲ ਤਾਂ ਸਮਾਂ ਤਾਂ ਉਹੀ ਆ। ਕਿਹੜਾ ਤੁਸੀਂ ਸਮਾਂ ਕਿਤੇ ਜਾਣਾ ਕਿ ਮੰਮੀ ਇੱਥੇ ਬੈਠ, ਮੈਂ ਕਿਸੇ ਹੱਟੀ ਦੇ ਕੋਲੋਂ ਸਮਾਂ ਲੈ ਆਵਾਂ ਅੱਧਾ ਕਿਲੋ ਤੇ ਫਿਰ ਆਣ ਕੇ ਤੇਰੇ ਨਾਲ ਗੱਲ ਕਰਦੀ। ਸਮਾਂ ਤੁਹਾਡੇ ਕੋਲ ਹੁੰਦਾ ਪਰ ਤੁਹਾਨੂੰ ਵਰਤਣਾ ਨਹੀਂ ਆਉਂਦਾ। ਬਿਲਕੁਲ। ਜੇਕਰ ਚੰਗੇ ਤਰੀਕੇ ਨਾਲ ਵਰਤਣੋ ਤਾਂ ਵਧੀਆ ਹੈ। ਹਾਂਜੀ। ਹੁਣ ਚੱਕਰ ਇਹ ਹੋ ਗਿਆ ਕਿ ਅਸੀਂ ਨਾ ਤਾਂ ਬੱਚਿਆਂ ਨੂੰ ਸਮਾਂ ਦੇ ਰਹੇ ਹਾਂ, ਨਾ ਬਜ਼ੁਰਗਾਂ ਨੂੰ ਦੇ ਰਹੇ ਹਾਂ, ਨਾ ਘਰ ਦੇ ਕੰਮਾਂ ਕਾਰਾਂ ਨੂੰ ਦੇ ਰਹੇ ਹਾਂ, ਹਨਾ। ਸਭ ਕਾਸੇ ਦੇ ਵਿੱਚੋਂ ਅਸੀਂ ਟੁੱਟ ਕੇ ਸਿਰਫ ਤੇ ਸਿਰਫ ਮੋਬਾਈਲ ਨੂੰ ਆਪਣੀ ਜ਼ਿੰਦਗੀ ਬਣਾ ਲਿਆ ਹੈ ਨਾ, ਜਾਂ ਟੀਵੀ ਨੂੰ ਆਪਣੀ ਜ਼ਿੰਦਗੀ ਬਣਾ ਲਿਆ ਹੈ। ਬਿਲਕੁਲ। ਟੀਵੀ
ਨਾਲੋਂ ਵੀ ਜ਼ਿਆਦਾ ਮੋਬਾਈਲ ਤੇ ਲੋਕ ਹੋ ਗਏ। ਬਿਲਕੁਲ, ਹੁਣ ਮੋਬਾਈਲ ਸਿਰਫ ਇੱਕ ਮੋਬਾਈਲ ਅਜਿਹੀ ਚੀਜ਼ ਹੈ ਜਿਹੜੀ ਸਾਡੀ ਜ਼ਿੰਦਗੀ ਵਿੱਚ ਆ ਗਈ ਹੈ ਤੇ ਸਾਨੂੰ ਲੱਗਦਾ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ, ਜਾਂ ਅਸੀਂ ਅਵੇਸਲੇ ਹੋ ਗਏ ਆਪਣੇ ਫਰਜ਼ਾਂ ਤੋਂ। ਇੱਕ ਬੱਚੇ ਨੂੰ ਮਾਂ ਦੀ ਉਨੀ ਜ਼ਰੂਰਤ ਹੈ ਜਿੰਨੀ ਦਾਦੀ ਦੇ ਟਾਈਮ ਵਿੱਚ ਜ਼ਰੂਰਤ ਸੀ, ਉਨੀ ਮੇਰੀ ਮੰਮੀ ਦੇ ਟਾਈਮ ਵਿੱਚ ਜ਼ਰੂਰਤ ਸੀ, ਤੇ ਉਨੀ ਹੀ ਅੱਜ ਮੇਰੇ ਟਾਈਮ ਵਿੱਚ ਜ਼ਰੂਰਤ ਹੈ। ਬਿਲਕੁਲ ਜੀ, ਇੱਕ ਲਫ਼ਜ਼ ਹੈ ਐਡਿਕਸ਼ਨ, ਠੀਕ ਹੈ ਨਾ, ਇਹ ਜਿਹੜੀ ਆ ਅਸੀਂ ਆਦੀ ਹੋ ਗਏ, ਸਾਨੂੰ ਲੱਤ ਲੱਗ ਗਈ ਹੈ ਇਹਨਾਂ ਫੋਨਾਂ ਦੀ। ਔਰ ਇਹਨਾਂ ਫੋਨਾਂ ਨੇ ਸਾਡਾ ਸਮਾਂ ਜਿਹੜਾ ਚੰਗੀ ਥਾਂ ਤੇ ਉਹਨੂੰ ਅਸੀਂ ਵਰਤੋਂ ਦੇ ਵਿੱਚ ਲਿਆਉਣਾ ਸੀ, ਉਸ ਸਾਡੇ ਬੇਸ਼ਕੀਮਤੀ ਸਮੇਂ ਨੂੰ ਖਾ ਗਿਆ। ਇਹ ਮੋਬਾਈਲ ਜਿਹੜਾ ਸਾਡੀਆਂ ਕੰਧਾਂ ਤੋਂ ਕੈਲੰਡਰ ਖਾ ਗਿਆ, ਸਾਡੀਆਂ ਧੁੱਪਾਂ ਦੇ, ਸਾਡੇ ਬਨੇਰਿਆਂ ਦੇ, ਸਾਡੀਆਂ ਛਾਵਾਂ ਦੇ, ਸਾਡੀਆਂ ਚਿੜੀਆਂ ਦੇ, ਜਨੌਰਾਂ ਦੇ ਸੁੱਖ ਸੁਨੇਹੇ ਸਭ ਖਾ ਗਿਆ। ਸਾਡੇ ਡਾਕੀਏ ਨੂੰ ਖਾ ਗਿਆ, ਸਾਡੀਆਂ ਗੁੱਟਾਂ ਦੀਆਂ ਘੜੀਆਂ ਸਾਡੇ ਘੜੀਆਂ ਨੂੰ ਖਾ ਗਿਆ, ਕੰਧਾਂ ਤੋਂ ਕੈਲੰਡਰ ਖਾ ਗਿਆ, ਔਰ ਸਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਕੈਲਕੂਲੇਟਰ ਹੁੰਦੇ ਸੀ ਉਹ ਵੀ ਖਾ ਗਿਆ, ਠੀਕ ਹੈ ਨਾ। ਇਸ ਮੋਬਾਈਲ ਨੇ ਦੇਖੋ, ਕਿਉਂਕਿ ਜਦੋਂ ਆਪਾਂ ਮਤਲਬ ਟੀਵੀ ਦੀ ਗੱਲ ਕਰਦੇ ਹਾਂ ਕਿ ਟੀਵੀ ਤੇ ਵੀ ਲੋਕ ਸਮਾਂ ਬਤਾਉਂਦੇ ਆ, ਕੋਈ ਸਮਾਂ ਹੁੰਦਾ ਸੀ ਕਿ ਉਹਨੂੰ ਬੁੱਧੂ ਬਕਸਾ ਕਿਹਾ ਜਾਂਦਾ ਸੀਗਾ, ਪਰ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਵੀ ਤਾਂ ਦੱਸਦਾ ਸੀ ਨਾ। ਜਦੋਂ ਮੰਨ ਲਓ ਟੀਵੀ ਦੇ ਉੱਪਰ ਤੁਹਾਡੀ ਕੋਈ ਫਿਲਮ ਆ, ਮੰਨ ਲਓ 3 ਘੰਟੇ ਦੀ ਫਿਲਮ ਹੈ, 3 ਘੰਟੇ ਬਾਅਦ ਫਿਲਮ ਖਤਮ ਹੋ ਗਈ, ਤੁਹਾਨੂੰ ਟੀਵੀ ਬੰਦ ਹੀ ਕਰਨਾ ਪੈਣਾ। ਜਾਂ 1 ਘੰਟੇ ਦਾ ਸੀਰੀਅਲ ਹੈ, ਤੁਹਾਡਾ ਸੀਰੀਅਲ ਖਤਮ ਹੋ ਗਿਆ, ਤੁਹਾਨੂੰ ਉਹ ਫਿਰ ਬੰਦ ਹੀ ਕਰਨਾ ਪੈਣਾ। ਪਰ ਅਜੋਕੇ ਸਮੇਂ ਦੇ ਵਿੱਚ 24 ਘੰਟੇ ਚੈਨਲ ਚੱਲਦੇ ਆ, ਉਹੀ ਸੀਰੀਅਲ ਪੜਾ ਚੱਲਦਾ ਰਹਿੰਦਾ ਆ, ਸਵੇਰ ਵਾਲੇ ਸ਼ਾਮ ਨੂੰ, ਸ਼ਾਮ ਵਾਲੇ ਸਵੇਰ ਨੂੰ, ਸਾਰੀ ਦਿਹਾੜੀ ਰਾਤ ਤੱਕ ਚੱਲਦੇ ਰਹਿੰਦੇ ਆ। ਬੀਬੀਆਂ ਮੂਹਰੇ ਬੈਠੀਆਂ ਥੱਕਦੀਆਂ ਨਹੀਂ। ਔਰ ਇਦਾਂ ਹੀ ਫੋਨ ਆ, ਫੋਨ ਦੇ ਉੱਪਰ ਵੀ ਤੁਸੀਂ ਇੱਕ ਐਪਲੀਕੇਸ਼ਨ ਦੇ ਵਿੱਚੋਂ ਬਾਹਰ ਨਿਕਲਦੇ ਆ, ਦੂਸਰੀ ਵਿੱਚ, ਦੂਸਰੀ ਚੋਂ ਤੀਸਰੀ ਵਿੱਚ, ਤੀਸਰੀ ਚੋਂ ਚੌਥੀ ਵਿੱਚ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਕਿਸ ਜੰਗਲ ਦੇ ਵਿੱਚ ਤੁਰੇ ਜਾਂਦੇ ਹੋ, ਕਿ ਤੁਹਾਨੂੰ ਰਾਸਤਾ ਅੱਗੇ ਦਿਖਾਈ ਨਹੀਂ ਦੇ ਰਿਹਾ, ਪਰ ਤੁਸੀਂ ਫੇਰ ਵੀ ਚੱਲੇ ਜਾ ਰਹੇ ਹੋ ਇਸ ਆਸ ਦੇ ਵਿੱਚ ਕਿ ਸ਼ਾਇਦ ਅਸੀਂ ਬਾਹਰ ਨਿਕਲ ਜਾਈਏ। ਪਰ ਹੁਣ ਕਿਉਂਕਿ ਸਾਨੂੰ ਇਹਦੀ ਲੱਤ ਲੱਗ ਗਈ ਹੈ, ਅਸੀਂ ਇਹਦੇ ਆਦੀ ਹੋ ਗਏ ਹਾਂ, ਹੁਣ ਮੁਸ਼ਕਿਲ ਲੱਗਦਾ, ਸਾਡਾ ਸਮਾਂ ਵੱਧ ਤੋਂ ਵੱਧ ਫੋਨ ਖਾ ਗਿਆ। ਬਿਲਕੁਲ। ਔਰ ਇੱਕ ਗੱਲ ਮੈਂ ਹੋਰ ਵੀ ਇੱਥੇ ਕਰਨੀ ਚਾਹਾਂਗਾ ਕਿ ਜਿਵੇਂ ਤੁਸੀਂ ਗੱਲ ਕੀਤੀ ਆ 2020 ਦੀ, ਔਰ ਉਹ ਕਰੋਨਾ ਦਾ ਕਾਲ ਸੀਗਾ, ਉਹ ਪੀਰੀਅਡ ਜਿਹੜਾ ਸੀਗਾ ਉਹ ਬੜਾ ਔਖਾ ਸੀ, ਬਹੁਤ ਵੱਡੇ ਵੱਡੇ ਨੁਕਸਾਨ ਹੋਏ ਕਈਆਂ ਲਈ। ਪਰ ਗੱਲ ਇਹ ਹੈ ਕਿ ਅਸੀਂ ਹੁਣ ਉਸ ਸਮੇਂ ਨੂੰ ਫੜ ਕੇ ਬੈਠੇ ਰਹੀਏ, ਕਿਉਂ ਉਹਨੂੰ ਅਸੀਂ ਯਾਦ ਕਰਦੇ ਰਹੀਏ? ਜੋ ਬੀਤ ਗਿਆ ਸੋ ਬੀਤ ਗਿਆ, ਠੀਕ ਆ। ਆਮ ਤੌਰ ਤੇ ਸਾਡੀ ਅਸਫਲਤਾ ਦਾ ਇੱਕ ਸਭ ਤੋਂ ਵੱਡਾ ਕਾਰਨ ਪਤਾ ਕੀ ਹੈ? 3 ਕਾਲ ਹੁੰਦੇ ਆ, ਇੱਕ ਭੂਤ ਕਾਲ, ਭਵਿੱਖ ਕਾਲ, ਵਰਤਮਾਨ ਕਾਲ, ਠੀਕ ਹੈ ਨਾ। ਅਸੀਂ ਇਹਨਾਂ 3 ਕਾਲ ਨੂੰ ਜਿਉਂਦੇ ਨਹੀਂ ਹੈਗੇ। ਆਮ ਤੌਰ ਤੇ ਅਸੀਂ ਵਰਤਮਾਨ ਦੇ ਵਿੱਚ ਹੁੰਦੇ ਹੋਏ ਜਾਂ ਭੂਤ ਕਾਲ ਵਿੱਚ ਹੁੰਦੇ ਆ, ਤੇ ਜਾਂ ਫਿਰ ਅਸੀਂ ਭਵਿੱਖ ਕਾਲ ਦੇ ਵਿੱਚ ਹੁੰਦੇ ਆ, ਠੀਕ ਹੈ ਨਾ। ਆਮ ਤੌਰ ਤੇ ਅਸੀਂ ਆਪਣਾ ਵਰਤਮਾਨ ਮਾਣਦੇ ਨਹੀਂ। ਅੱਜ ਅਸੀਂ ਇੱਥੇ ਬੈਠੇ ਹਾਂ, ਗੱਲਾਂ ਕਰ ਰਹੇ ਹਾਂ, ਅਸੀਂ ਆਪਣੀਆਂ ਚੰਗਾ ਸਮੇਂ ਨੂੰ ਯੂਟਿਲਾਈਜ਼ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਤੋਂ ਪੈਸੇ ਵੀ ਮਿਲਣੇ ਆ, ਬਿਲਕੁਲ, ਨੇਮ ਫੇਮ ਸਭ ਕੁਝ ਮਿਲਣਾ ਹੈ, ਠੀਕ ਹੈ ਨਾ। ਪਰ ਗੱਲ ਕਹਿਣ ਦਾ ਮਤਲਬ ਇਹ ਕਿ ਅਸੀਂ ਆਮ ਤੌਰ ਤੇ ਜਿੰਨੇ ਵੀ ਸਾਡੇ ਲੋਕ ਨੇ, ਤੰਗੀ ਦਾ ਉਹਨਾਂ ਦਾ ਕਾਰਨ ਇਹ ਹੈ ਕਿ ਅਸੀਂ ਹਮੇਸ਼ਾ ਸੋਚਦੇ ਹਾਂ ਯਾਰ ਪਿੱਛੇ ਇਦਾਂ ਹੋ ਗਏ, ਕਰੋਨਾ ਆਇਆ ਸੀ, ਕਰੋਨੇ ਨੇ ਇਦਾਂ ਹੋ ਗਿਆ, ਫਿਰ ਜਾਂ ਯਾਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਨਹੀਂ ਕਰੋਨਾ ਇਦਾਂ ਹੋ ਜਾਊਗਾ, ਯਾਰ ਜੇ ਦਵਾਈ ਅਸੀਂ ਲੈ ਲਈ ਫਿਰ ਗਾਂ ਕੀ ਹੋਊਗਾ, ਯਾਰ ਇਦਾਂ ਸਾਡੇ ਨਿਆਣਿਆਂ ਨੂੰ ਤਾਂ। ਉਹ ਯਾਰ ਤੁਸੀਂ ਇਸ ਵੇਲੇ ਤਾਂ ਸੋਚੋ ਕਿ ਹੁਣ ਤੁਸੀਂ ਮਾਸਕ ਲਗਾਇਆ ਕਿ ਨਹੀਂ ਲਗਾਇਆ, ਹੁਣ ਤੁਸੀਂ ਹੱਥ ਸਾਫ਼ ਕੀਤੇ ਕਿ ਨਹੀਂ ਕੀਤੇ, ਹੁਣ ਤੁਸੀਂ ਚੰਗੀ ਤਰ੍ਹਾਂ ਤੰਦਰੁਸਤ ਹੈਗੇ ਹੋ ਕਿ ਨਹੀਂ ਹੈਗੇ, ਤੁਸੀਂ ਹੁਣ ਦੀ ਕਿਉਂ ਨਹੀਂ ਫਿਕਰ ਕਰਦੇ? ਬਿਲਕੁਲ ਬਿਲਕੁਲ। ਹਮੇਸ਼ਾ ਹੀ ਅਸੀਂ, ਸਾਡੀ ਨੌਂ ਨੇ ਪਿਛਲੇ ਸਾਲ ਇਦਾਂ ਕੀਤੀ ਸੀ, ਸਾਨੂੰ ਇਦਾਂ ਕੀਤਾ ਸੀਗਾ, ਆਉਣ ਵਾਲੇ ਸਮੇਂ ਦੇ ਸਾਡੀ ਨੌਂ ਕੱਲ੍ਹ ਨੂੰ ਕਿਤੇ ਸਾਡੇ ਨਾਲ ਇਦਾਂ ਹੀ ਨਾ ਕਰ ਦੇਵੇ ਜੇ ਅਸੀਂ ਮੁੰਡਾ ਵਿਆਹ ਲਿਆ। ਯਾਰ ਜਿਹੜੀ ਹੁਣ ਦੀ ਜ਼ਿੰਦਗੀ ਹੈ ਤੁਹਾਡੀ, ਅੱਜ ਦੀ ਜ਼ਿੰਦਗੀ ਆ, ਉਹ ਜਿਹੜੇ ਤੁਹਾਡੇ ਕੋਲ ਸਮਾਂ ਆ ਉਹਨੂੰ ਤੇ ਬਿਤਾ ਲਓ। ਜੇਕਰ ਤੁਸੀਂ ਉਹਨੂੰ ਨਹੀਂ ਮਾਣੋਗੇ ਨਾ, ਹਮੇਸ਼ਾ ਤੁਸੀਂ ਦੁੱਖਾਂ ਦੇ ਵਿੱਚ ਰਹੋਗੇ। ਹਾਂਜੀ, ਇਸੇ ਲਈ ਤਾਂ ਕਿਹਾ ਜਾਂਦਾ ਸੀਗਾ, ਕਈ ਵਾਰ ਇਹ ਵੀ ਗੱਲ ਹੁੰਦੀ ਹੈ ਕਿ ਜਿਹੜੀ ਸਾਨੂੰ ਸਿੱਖਿਆ ਕੋਈ ਨਹੀਂ ਦੇ ਸਕਦਾ, ਕਿਤਾਬਾਂ ਨਹੀਂ ਦਿੰਦੀਆਂ, ਹਨਾ, ਕਈ ਵਾਰ ਅਸੀਂ ਮਾਪਿਆਂ ਦੀ ਨਹੀਂ ਮੰਨਦੇ, ਤਾਂ ਉਹ ਸਿੱਖਿਆ ਸਾਨੂੰ ਸਮਾਂ ਹੀ ਦਿੰਦਾ ਹੈ। ਜੀ ਆਮ ਕਰਕੇ ਸਾਡੇ ਘਰਾਂ ਵਿੱਚ ਇਹ ਕਿਹਾ ਜਾਂਦਾ ਹੈ, ਜਦੋਂ ਕੋਈ ਘਰ ਵਿੱਚ ਅਲੱਥਰਾ ਜਿਹਾ ਬੱਚਾ ਹੋ ਜਾਵੇ ਨਾ, ਤਾਂ ਕਿਹਾ ਜਾਂਦਾ ਕਿ ਰਹਿਣ ਦਿਓ ਇਹਨੂੰ, ਜਦੋਂ ਸਮਾਂ ਆਊ ਇਹਨੂੰ ਆਪੇ ਪਤਾ ਲੱਗ ਜੂ। ਹਾਂ, ਪਰ ਇਹ ਗੱਲ ਇਹ ਆ ਵੀ ਠੀਕ ਹੈ, ਸਮਾਂ ਠੋਕਰਾਂ ਜਿਹੜੀਆਂ ਹੁੰਦੀਆਂ ਬੰਦੇ ਨੂੰ ਬਹੁਤ ਕੁਝ ਸਿਖਾਉਂਦੀਆਂ। ਅਕਲ ਜਿਹੜੀ ਆ ਉਹ ਕਾਜੂ ਬਦਾਮ ਖਾ ਕੇ ਨਹੀਂ ਆਉਂਦੀ, ਅਕਲ ਤਾਂ ਜਿਹੜੀ ਆ ਹਮੇਸ਼ਾ ਉਹ ਧੱਕੇ ਧੋੜੇ ਖਾ ਕੇ, ਵਕਤ ਦੇ ਥਪੇੜੇ ਖਾ ਕੇ ਫੇਰ ਹੀ ਆਉਂਦੀ ਆ। ਔਰ ਬੰਦਾ ਜਿਹੜਾ ਆ ਜੇਕਰ ਆਪਣੇ ਸਮੇਂ ਨੂੰ ਸਮਝਦਾ ਹੋਇਆ, ਸਮੇਂ ਦੀ ਕਦਰ ਕਰਦਾ ਹੋਇਆ ਅੱਗੇ ਵੱਧਦਾ ਆ, ਤਾਂ ਸਮਾਂ ਵੀ ਉਹਦੀਆਂ ਕਦਰਾਂ ਪਵਾਉਂਦਾ ਆ, ਹਰ ਇੱਕ ਥਾਂ ਤੇ, ਹਰ ਇੱਕ ਗੱਲ ਦੇ ਵਿੱਚ, ਹਰ ਇੱਕ ਕੰਮ ਦੇ ਵਿੱਚ। ਪਰ ਜਿਹੜਾ ਬੰਦਾ ਇਹ ਸੋਚ ਲੈਂਦਾ ਕਿ ਨਹੀਂ ਜੀ ਆਪਾਂ ਤਾਂ ਬਸ ਇਦਾਂ ਹੀ ਆ, ਤਾਂ ਫਿਰ ਇਹ ਵੀ ਹੁੰਦਾ ਕਿ ਵਕਤੋਂ ਖੁੰਝੀ ਡੂਮਣੀ ਗਾਹੇ ਆਲ ਪਤਾਲ, ਬਸ ਇਦਾਂ ਹੀ ਫਿਰ ਚੱਲਦਾ ਰਹਿੰਦਾ। ਤੁਸੀਂ ਵੱਡੇ ਲੋਕਾਂ ਦੀਆਂ ਸਟੋਰੀਆਂ ਪੜ੍ਹੋ, ਜਿਹੜੇ ਵੱਡੇ ਲੋਕ ਕਾਮਯਾਬ ਲੋਕ ਆ, ਠੀਕ ਹੈ ਨਾ, ਉਹ ਆਪਣੇ ਸਮੇਂ ਨੂੰ ਮੈਨੇਜ ਕਰਦੇ ਆ।
ਇੱਕ ਅੱਛੇ ਤਰੀਕੇ ਨਾਲ, ਜਿੱਦਾਂ ਆਪਾਂ ਘਰ ਦੇ ਵਿੱਚ ਆਪਾਂ ਨਾ ਸਮਾਨ ਵੰਡਿਆ ਹੁੰਦਾ ਹੈ ਕਿ ਇੱਥੇ ਆਹ ਸੋਫਾ ਲੱਗੂਗਾ, ਇੱਥੇ ਚੇਅਰ ਲੱਗੂਗੀ, ਇੱਥੇ ਆਹ ਰਸੋਈ ਆ, ਇੱਥੇ ਸਾਡਾ ਸਾਰਾ ਲੱਗਾ ਹੋਇਆ ਹੈ। ਇਸੇ ਤਰੀਕੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਦਿਨ ਕਿਉਂ ਨਹੀਂ ਵੰਡਦੇ? ਅਸੀਂ ਸਵੇਰੇ ਉੱਠਦੇ ਹਾਂ, ਉੱਠਦੇ ਸਾਰੇ ਹੀ 98% ਲੋਕ ਜਿਹੜਾ ਪਹਿਲਾਂ ਫੋਨ ਨੂੰ ਦੇਖਦੇ ਆ। ਸਮੇਂ ਦਾ ਇਸਤੇਮਾਲ ਜੇਕਰ ਤੁਸੀਂ ਕਰਨਾ ਹੈ, ਸਵੇਰੇ ਉੱਠਦੇ ਸਾਰ ਹੀ ਤੁਸੀਂ ਆਪਣੇ ਫੋਨ ਨੂੰ ਹੱਥ ਬਿਲਕੁਲ ਨਹੀਂ ਲਾਉਣਾ, ਫੋਨ ਛੱਡ ਦਿਓ ਆਪਣਾ। ਸਵੇਰੇ ਉੱਠੋ, ਤੁਸੀਂ ਆਪਣੀ ਦਿਨਚਰਿਆ ਕਰਕੇ ਫਰੈਸ਼ ਹੋ ਕੇ ਤੁਸੀਂ ਥੋੜ੍ਹੀ ਦੇਰ ਲਈ ਕੋਈ ਕਿਤਾਬ ਪੜ੍ਹ ਸਕਦੇ ਹੋ, ਕੋਈ ਕਿਸੇ ਵੀ ਤਰ੍ਹਾਂ ਦੀ ਕਿਤਾਬ। ਇਹ ਨਹੀਂ ਕਿ ਤੁਸੀਂ ਜਸੂਸੀ ਨਾਵਲ ਸ਼ੁਰੂ ਕਰ ਲਓ ਕਿ ਮੈਂ ਉਹੀ ਪੜ੍ਹਦਾ ਰਵਾਂ, ਹੈ ਨਾ, ਉੱਦਾਂ ਦੀਆਂ ਚੀਜ਼ਾਂ ਨੇ, ਮੋਟੀਵੇਸ਼ਨਲ ਜਿਹੜੀਆਂ ਹੋਣ। ਔਰ ਉਸ ਤੋਂ ਬਾਅਦ ਤੁਸੀਂ ਜਦੋਂ ਥੋੜ੍ਹਾ ਜਿਹਾ ਹੋਰ ਆਪਣੇ ਆਪ ਨੂੰ ਜੇਕਰ ਤੁਸੀਂ ਚੰਗਾ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕੋਈ ਯੋਗਾ ਕਰ ਸਕਦੇ ਹੋ, ਕੋਈ ਮੈਡੀਟੇਸ਼ਨ ਕਰ ਸਕਦੇ ਹੋ, ਕੋਈ ਠੰਡੀ ਹਵਾ ਦੇ ਵਿੱਚ ਸਾਹ ਲਓ, ਕੋਈ ਸੈਰ ਕਰ ਲਓ, ਹਲਕੀ ਫੁਲਕੀ ਕਸਰਤ ਕਰ ਲਓ। ਉਸ ਤੋਂ ਬਾਅਦ ਤੁਸੀਂ ਜਦੋਂ ਖਾਣੇ ਦੇ ਟੇਬਲ ਤੇ ਵੀ ਬੈਠਦੇ ਹੋ, ਉਸ ਵੇਲੇ ਵੀ ਤੁਹਾਨੂੰ ਬਹੁਤ ਸੰਕੋਚ ਦੇ ਨਾਲ ਕਿ ਸਮੇਂ ਦੀ ਪਰਵਾਹ ਕਰਦੇ ਆ, ਬਹੁਤੇ ਉੱਥੇ ਕਾਹਲੀ ਦੇ ਵਿੱਚ ਨਹੀਂ ਹੋਣੇ ਚਾਹੀਦੇ, ਬਹੁਤੇ ਤੁਸੀਂ ਉੱਥੇ ਸਲੋ ਵੀ ਨਹੀਂ ਹੋਣੇ ਚਾਹੀਦੇ, ਠੀਕ ਹੈ ਨਾ। ਆਪਣੇ ਸਮੇਂ ਦੇ ਹਿਸਾਬ ਨਾਲ ਫਿਰ ਉਸ ਤੋਂ ਬਾਅਦ ਆਪਣੇ ਕੰਮ ਤੇ ਪਹੁੰਚੋ। ਕੰਮ ਤੇ ਪਹੁੰਚ ਕੇ ਤੁਸੀਂ ਜਿਹੜਾ ਆਪਣਾ ਉਹ ਦਫ਼ਤਰ ਦਾ ਕੰਮ ਆ, ਦਫ਼ਤਰ ਦਾ ਕੰਮ ਦਫ਼ਤਰ ਦੇ ਵਿੱਚ ਹੀ ਕਰਕੇ ਆਉਣਾ, ਘਰ ਨਹੀਂ ਲੈ ਕੇ ਆਉਣਾ। ਜਦੋਂ ਤੁਸੀਂ ਘਰ ਲੈ ਕੇ ਆਓਗੇ, ਨਾ ਤੁਹਾਡੇ ਕੋਲ ਘਰ ਹੋਣਾ, ਨਾ ਤੁਹਾਡੇ ਕੋਲ ਦਫ਼ਤਰ ਹੋਣਾ, ਉਹੀ ਫਾਈਲ ਤੁਹਾਡੀ ਦੁਆਰਾ ਫੇਰ ਆਫਿਸ ਜਾਂਦੀ ਆ, ਫੇਰ ਬਰਡਨ, ਫਿਰ ਕੰਮ ਖਰਾਬ, ਫਿਰ ਸਮਾਂ ਖਰਾਬ, ਫਿਰ ਬੌਸ ਦੀਆਂ ਗਾਲਾਂ, ਫਿਰ ਇੱਦਾਂ ਹੀ। ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਾਸਤੇ ਤੁਹਾਨੂੰ ਬਹੁਤ ਇੱਕ ਵੱਡੀ ਇੱਕ ਲਿਸਟ ਤਿਆਰ ਕਰਨੀ ਪਏਗੀ ਕਿ ਤੁਸੀਂ ਆਪਣੇ ਦਿਨ ਨੂੰ ਸੰਵਾਰਨਾ। ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਕੱਲ੍ਹ ਜਿਹੜਾ ਆ, ਆਉਣ ਵਾਲਾ ਕੱਲ੍ਹ ਜਿਹੜਾ ਉਹ ਬਿਹਤਰ ਹੋਵੇ, ਤਾਂ ਫਿਰ ਆਪਣੇ ਅੱਜ ਨੂੰ ਕੱਲ੍ਹ ਦੇ ਨਾਲੋਂ ਬਿਹਤਰ ਬਣਾਉਣਾ ਪਊਗਾ। ਤੁਹਾਡੀ ਗੱਲ 'ਚੋਂ ਗੱਲ ਯਾਦ ਆਈ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣੀ ਫਾਈਲ ਦਫ਼ਤਰ ਦੀ ਘਰ ਨਹੀਂ ਲੈ ਕੇ ਜਾਣੀ ਹੈ ਨਾ ਉਹ ਘਰ ਕਰ ਸਕੋਗੇ, ਨਾ ਉਹ ਦਫ਼ਤਰ ਕਰ ਸਕੋਗੇ। ਸੋ ਮੈਨੂੰ ਵੀ ਇਹ ਲੱਗਦਾ ਹੁੰਦਾ ਕਿਤੇ ਨਾ ਕਿਤੇ, ਜਿੰਨਾ ਕਿ ਐਕਸਪੀਰੀਅੰਸ ਮੇਰਾ ਹੋਇਆ ਹੈ, ਮੈਂ ਜਿੰਨੇ ਵੀ ਦਫ਼ਤਰਾਂ ਨੂੰ ਦੇਖਿਆ ਹੈ, ਖੁਦ ਕੰਮ ਕੀਤਾ ਹੈ ਜਾਂ ਆਪਣੇ ਤੋਂ ਵੱਡਿਆਂ ਨੂੰ ਕੰਮ ਕਰਦੇ ਦੇਖਿਆ, ਕਿ ਅਸੀਂ ਜਦੋਂ ਘਰ ਹੁੰਨੇ ਆ ਉਦੋਂ ਸਾਡਾ ਦਿਮਾਗ ਸਾਡੇ ਆਫਿਸ, ਸਾਡੇ ਦਫ਼ਤਰ, ਸਾਡੇ ਕੰਮਾਂ ਵਿੱਚ ਰੁੱਝਿਆ ਹੁੰਦਾ ਹੈ, ਤੇ ਜਦੋਂ ਅਸੀਂ ਕੰਮ ਦੇ ਹੁੰਨੇ ਆ ਉਦੋਂ ਸਾਡਾ ਦਿਮਾਗ, ਸਾਡੀ ਸੋਚ ਸਾਡੇ ਘਰ ਵਿੱਚ ਫਸੀ ਹੁੰਦੀ ਹੈ। ਸੋ ਸਾਨੂੰ ਇਸ ਤੋਂ ਬਚਣ ਦੀ ਬਹੁਤ ਲੋੜ ਹੈ। ਬਸ ਆਹੀ ਗੱਲ ਹੈ ਨਾ ਕਿ ਅਸੀਂ ਜਿੱਥੇ ਹੁੰਨੇ ਆ ਅਸੀਂ ਉੱਥੇ ਨਹੀਂ ਹੁੰਦੇ, ਔਰ ਜਿੱਥੇ ਸਾਨੂੰ ਹੋਣਾ ਚਾਹੀਦਾ ਉੱਥੇ ਅਸੀਂ ਕਦੇ ਵੀ ਨਹੀਂ ਹੁੰਦੇ। ਜੇਕਰ ਅਸੀਂ ਇਸ ਤਰ੍ਹਾਂ ਹੋ ਜਾਈਏ ਕਿ ਜਿੱਥੇ ਸਾਨੂੰ ਹੋਣਾ ਚਾਹੀਦਾ ਅਸੀਂ ਉੱਥੇ ਹੀ ਰਹੀਏ, ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਗਰੰਟੀ ਆ, ਲੈ ਕੇ ਭਾਵੇਂ ਮੇਰੇ ਵੱਲੋਂ ਆਪਣੀ ਜੇਬ ਦੇ ਵਿੱਚ ਪਾ ਲਓ ਕਿ ਜੇਕਰ ਤੁਸੀਂ ਆਪਣੇ ਅੱਜ ਨੂੰ ਜੀਣਾ ਸ਼ੁਰੂ ਕਰ ਦਿੱਤਾ ਔਰ ਇਹ ਵਾਅਦਾ ਕਰ ਲਿਆ ਆਪਣੇ ਆਪ ਦੇ ਨਾਲ ਕਿ ਮੈਂ ਸਮੇਂ ਦੀ ਸਹੀ ਵਰਤੋਂ ਕਰਦਿਆਂ ਹੋਇਆਂ ਆਪਣੇ ਕੱਲ੍ਹ ਦੇ ਨਾਲੋਂ ਅੱਜ ਨੂੰ ਬਿਹਤਰ ਬਣਾਉਣਾ ਤਾਂ ਕਿ ਮੇਰਾ ਆਉਣ ਵਾਲਾ ਕੱਲ੍ਹ ਬਿਹਤਰ ਹੋਵੇ, ਤਾਂ ਫਿਰ ਤੁਹਾਨੂੰ ਬਿਲਕੁਲ ਇੱਕ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਆਪਣੇ ਦਿਨ ਭਰ ਨੂੰ ਕਿਵੇਂ ਬਿਤਾਉਣਾ ਹੈ, ਕਿਵੇਂ ਮੰਨਣਾ ਹੈ, ਕਿਵੇਂ ਕੰਮਾਂ ਨੂੰ ਵੰਡਣਾ ਹੈ, ਇਹ ਸਾਰੀ ਪਲੈਨਿੰਗ ਆਉਣੀ ਚਾਹੀਦੀ ਹੈ। ਕਿਉਂਕਿ ਦੇਖੋ, ਜੇਕਰ ਅਸੀਂ ਬਿਜ਼ਨਸ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਹੈਨਰੀ ਫਿਊਲ ਨੂੰ ਬਿਜ਼ਨਸ ਦਾ ਪਿਤਾਮਾ ਕਿਹਾ ਗਿਆ। ਉਹਨੇ 14 ਸਿਧਾਂਤ ਦਿੱਤੇ ਨੇ ਮੈਨੇਜਮੈਂਟ ਦੇ, ਔਰ ਉਹਦੇ ਵਿੱਚ ਸਭ ਤੋਂ ਪਹਿਲਾ ਸਿਧਾਂਤ ਜਿਹੜਾ ਪਲੈਨਿੰਗ ਦਾ ਹੈ। ਜੇਕਰ ਤੁਹਾਡੀ ਪਲੈਨਿੰਗ ਹੀ ਹੈ ਨਹੀਂ, ਤੁਹਾਡਾ ਸਾਰਾ ਬਿਜ਼ਨਸ ਫੇਲ ਆ। ਜੋ ਮਰਜ਼ੀ ਕਰ ਲਓ, ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਔਰ ਪਹਿਲੇ ਹੀ ਪਲੈਨਿੰਗ ਦਾ ਜੇਕਰ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਇੱਕ ਰੂਲ ਸਮਝ ਆ ਗਿਆ ਤਾਂ ਤੁਸੀਂ ਜ਼ਿੰਦਗੀ ਵਿੱਚ ਜਿਹੜਾ ਮਰਜ਼ੀ ਕੰਮ ਕਰ ਲਓ, ਤੁਸੀਂ ਕਾਮਯਾਬ ਹੋਵੋਗੇ। ਭਾਵੇਂ ਉਹ ਤੁਹਾਡਾ ਵਿਆਹ ਹੋਵੇ, ਭਾਵੇਂ ਤੁਹਾਡੇ ਘਰ ਹੋਣ, ਭਾਵੇਂ ਤੁਹਾਡੇ ਬੱਚੇ ਹੋਣ, ਭਾਵੇਂ ਤੁਹਾਡਾ ਆਫਿਸ ਹੋਵੇ, ਭਾਵੇਂ ਤੁਹਾਡਾ ਖੁਦ ਦਾ ਵਪਾਰ ਹੋਵੇ, ਤੁਸੀਂ ਕਾਮਯਾਬ ਹੋ ਸਕਦੇ। ਪਲੈਨਿੰਗ ਸਿੱਖਣੀ ਚਾਹੀਦੀ ਆ। ਜੀ ਠੀਕ, ਤੁਹਾਡੀਆਂ ਦੱਸੀਆਂ ਹੋਈਆਂ ਗੱਲਾਂ ਹੁਣ ਮੈਂ ਤਾਂ ਪੱਲੇ ਬੰਨ ਲਈਆਂ। ਮੈਂ ਕਿਹਾ ਜੀ ਕਪਾੜ ਖੋਲਦੇ ਤੁਹਾਡੇ ਦਾ। ਜੀ ਬਿਲਕੁਲ, ਉਮੀਦ ਹੈ ਸਾਡੇ ਦਰਸ਼ਕ ਵੀ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਗੇ। ਬਿਲਕੁਲ ਜੀ, ਔਰ ਧਿਆਨ ਦੇ ਵਿੱਚ ਰੱਖਣਗੇ ਔਰ ਆਪਣੇ ਕੱਲ ਦੀ ਬਿਹਤਰੀ ਦੇ ਵਾਸਤੇ ਆਪਣਾ ਅੱਜ ਜ਼ਰੂਰ ਬਿਹਤਰ ਬਣਾਉਣਗੇ। ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਿਆ ਹੋਵੇਗਾ। ਫਿਲਹਾਲ ਚੰਗਾ ਸਾਨੂੰ ਵੀ ਲੱਗੇਗਾ, ਕਿਉਂਕਿ ਸਮੇਂ ਦੇ ਨਾਲ ਅਸੀਂ ਆਪਣੇ ਘਰਾਂ ਨੂੰ ਜਾਈਏ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਕੁਲਦੀਪ ਨੂੰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।